ਯਾਰ ਮਤਲਬ ਦੇਖ ਤੇਰੇ ਘਰ ਦੇ ਉੱਤੇ ਤੇਰੇ ਪਿਓ ਦੇ ਉੱਤੇ ਇਲਜ਼ਾਮ ਲੱਗੇ ਕਿ ਉਹ ਬੱਚੇਬਾਜ਼ੀ ਕਾ ਕਰਦਾ ਭਾਈ ਉਹਨਾਂ ਨੇ ਅਗਰ ਉਹਨੇ ਲਾਇਆ ਬੱਚੇਬਾਜ਼ੀ ਨਾ ਮੁਹੰਮਦ ਕੀਤੀ ਹੋਏ ਜ਼ਾਹਿਦ ਉਹ ਯਾਰ ਕਾ ਭਾਈ ਉਹ ਉਹਨਾਂ ਨੇ ਫਿਰ ਥੋੜੀ जब ਇਲਜ਼ਾਮ लगेगा ਲਾਇਆ ना ਵਾ ਖੁਦਾ ਦੇ ਉਹਨਾਂ ਲਾਇਆ ਕਿੱਧਰ ਮੁਹੰਮਦ ਨੂੰ ਜ਼ਾਹਿਦ ਤੁਰ ਨੇ ਪੈਂਦੇ ਹੋ ਮੈਂ ਯਾਰ ਵੀ ਇਹੀ ਕਹਿ ਰਿਹਾ ਨਾ ਕਾਇੰਡ ਹਾਰਟ ਦੇ ਅੱਬੇ ਦੇ ਉੱਤੇ ਇਲਜ਼ਾਮ ਯਾਰ ਲੱਗੇ ਦੇਖੋ ਇੱਕ ਖਬਰ ਆ ਨਿਊਜ਼ ਵਿੱਚ ਝੂਠਾ ਚੱਲ ਵੇ। ਜਾਂਦੀ ਆ ਉਹਦੇ ਚ ਹੁਣ ਉਹਦਾ ਕੀ ਹਾਟ ਤੇ ਕਾਇੰਡ ਹਾਰਟ ਜਿਹੜਾ ਉਹ ਆਪਣੇ ਕੋਲੋਂ ਤੇ ਨਾ ਇੱਥੇ ਤਸਦੀਕਾਂ ਕਰਦਾ ਫਿਰੇ ਮੇਰੇ ਸਾਹਮਣੇ ਉਹ ਯਾਰ ਉਹਨੇ ਕਿਹੜੀ ਕੋਈ ਤਸਦੀਕ ਕੋਈ ਨਹੀਂ ਕੀਤੀ ਹੈਗੀ ਕੀ ਕਹਿੰਦੇ ਕਿਹਾ ਆ, ਉਹ ਉਹਨੇ ਕਹਿ ਰਿਹਾ ਕਿ ਤੁਹਾਡੇ ਸਾਹਮਣੇ ਕਹਿ ਰਿਹਾ ਕਿ ਸੱਚ ਏ ਤੁਹਾਡੇ ਸਾਹਮਣੇ ਨਹੀਂ ਉਹਨੇ ये ਕਿਹਾ सच है, ये सच है। ਭਾਈ ਪਾਕਿਸਤਾਨ ਦੇ ਝੂਠੇ ਲਓ, ਪਰਚੇ ਵੀ ਹੋ ਹੁਣ ਜਾਂਦੇ ਦੱਸੋ। ਉਹ ਕਿਹੜੀ ਗੱਲ ਕਰਦੇ ਪਏ ਜੀ ਬਸ ਜੇ ਸੱਚ ਤੁਸੀਂ ਆਖੀ ਜਾਣਾ, ਇਹਦਾ ਕੋਈ ਸਬੂਤ ਕੋ ਨਹੀਂ ਦੇਣਾ। ਦੇਖ। ਐਵੇਂ ਹੀ ਖੇਖਣ ਕਰ ਲੈ ਨੇ ਉਹ ਯਾਰ ਤੇ ਲੜੋ ਤਾਂ ਨਾ ਆਪਸ ਚ ਖੁਦਾ ਇਹ ਨੂੰ ਆਸਟ੍ਰੇਲੀਆ 'ਚ ਹੋਇਆ ਪਾਕਿਸਤਾਨ 'ਚ ਨਹੀਂ ਹੋਇਆ ਵਾਕਿਆ ਭਾਈ ਆਸਟ੍ਰੇਲੀਆ 'ਚ ਉਹ ਹੋਇਆ ਸਾਡਾ ਉਹਦੇ ਨਾਲ ਕੋਈ ਤਲਕ ਨਹੀਂ ਹੋਇਆ ਐਵੇਂ ਹੀ ਆਪਣੇ ਕੋਲ ਨਾ ਲੈ ਆਇਆ ਕਰੋ ਗੱਲ ਧੱਕੇ ਨਾਲ ਨਾ ਕੋਈ ਉਹਦੇ ਨਾਲ ਗੱਲ ਕਰ ਸਾਡੇ ਨਾਲ ਕੱਲੇ ਤੇ ਜਮਾਤ ਦਾ ਨਾ ਕੋਈ ਗੱਲ ਨਾ ਕੋਈ ਮਸਲਾ ਨਾ ਕੋਈ ਮਸਾਇਲ ਐਵੇਂ हाँ, नहीं, ਆਪਣੇ ਕੋਲੋਂ ਝੂਠ जमात से ਪਾਈ कोई ਜਾਣੇ। ताल्लुक नहीं, मैं हम भी यही कह रहे हैं, जमात से कोई ताल्लुक नहीं। ਤੂੰ ਗੱਲ ਖਤਮ ਤੇ ਫਿਰ ਉਹ ਅੰਬ ਲੈਣ ਨੂੰ ਜਮਾਤ ਦਾ ਨਾਂ ਲੈਂਦੇ ਹੋ ਫੇਰ ਆਂਦੇ ਲੜਾਈ ਕਰਦੇ ਹੋ कहने का मतलब ये है ਯਾਰ ਉਹ ਮੁਸਲਮਾਨ ਤੇ ਹੈ ਵਾ ਨਾ ਮੁਸਲਮਾਨ ਤੇ ਹੈ ਬੰਦਾ ਕੋਈ ਨਹੀਂ मेरे भाई, मैं ये कह रहा हूँ, करे उसको बस बोले बंदा, आप गलत उसको करना डिसोन करते ਪਾੜ हो ਕੇ ਮੌਲਵੀ ਨੇ ਪੁੰਡ ਜਾਣੀ ਹੈ ਤੇ ਨਾ ਜਮਾਤ ਅਹਿਮਦੀਆ ਦਾ ਕੋਈ ਕੰਮ ਹੋ ਜਾਵੇ ਨਾ ਜਮਾਤ ਅਹਿਮਦੀਆ ਦਾ ਕੋਈ ਇੱਧਰ ਜਿਹਨੂੰ ਬਸ ਕਤਲ ਹੋ ਜਾਏ ਨਾ ਜਮਾਤ ਅਹਿਮਦੀਆ ਦਾ ਇਮਰਾਨ ਖਾਨ ਨੇ ਕੋਈ ਗੱਲ ਸੱਚੀ ਕਰ ਦਿੱਤੀ ਹੈ ਉਹ ਯਾਰ। ਹੋ ਗਿਆ ਸਿਰਫ ਨੇ ਕੋਈ ਗੱਲ ਸੱਚੀ ਕਰ ਦਿੱਤੀ ਉਹ ਕਾਦੀਆ ਨਹੀਂ ਹੋ ਤਮਾਸ਼ਾ ਯਾਰ ਅਜੀਬ ਗੱਲ ਹੈ ਬਾਅਦ ਚ ਪਤਾ ਲੱਗਣਾ ਇਹ ਜੀ ਗੱਲ ਝੂਠੀ ਸੀ ਇਹ ਗੱਲ ਝੂਠੀ ਸੀ ਪਹਿਲਾਂ ਤੁਸੀਂ ਸੁੱਤੇ ਸੋ उन्हें ਕਿਉਂ फीड कर ਕਿਉਂਕਿ ਦਿਮਾਗ ਨੂੰ ਝੂਠੇ ਪਦੈਸ਼ੀ ਮਾਂ ਪਿਓ ਦੇ ਪੇਟ ਦੇ ਵਿੱਚੋਂ ਝੂਠ ਸਿੱਖ ਕੇ ਆਏ ਨੇ ਬੰਦੇ ਅਕਾਬ ਭਾਈ ਇੱਕ ਗੱਲ ਸੁਣਿਆ ਜੇ ਇਲਜ਼ਾਮ ਦੀ ਗੱਲ ਦੱਸਾਂ ਤੁਹਾਨੂੰ ਮੈਂ ਪਾਕਿਸਤਾਨ ਦੇ ਅੰਦਰ ਮੇਰੇ ਬ੍ਰਦਰ ਲਾ ਦੇ ਉੱਤੇ ਸਕੂਲੇ ਪੜ੍ਹਦੇ ਹਨ ਉਹਨਾਂ ਨੇ ਮੌਲਵੀਆਂ ਨੇ ਕੀ ਇਲਜ਼ਾਮ ਲਾਇਆ ਕਿ ਇਹਨਾਂ ਨੇ ਲੈਟਰਿਨਾਂ ਦੇ ਵਿੱਚ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਂ ਲਿਖਿਆ ਤੁਸੀਂ ਇਹ ਸਮਝਦੇ ਹੋ ਕਿ ਕੋਈ ਅਹਿਮਦੀ ਇਹ ਸੋਚ ਸਕਦਾ ਹੈ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਲੈਟਰਿਨਾਂ 'ਚ ਨਾਂ ਲਿਖੇ ਉਹਨਾਂ ਨੇ ਪ੍ਰਾਪੋਗੰਡਾ ਕੀਤਾ ਪੱਤਾ ਕਹਿੰਦਾ ਕਿ ਝੂਠੇ ਦੇ ਉੱਤੇ ਖੁਦਾ ਦੀ ਲਾਨਤ ਹੋ ਗਰਕ ਹੋ ਜਾਵੇ ਅਗਰ ਜਿਹੜਾ ਕੋਈ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਂ ਲਿਖੇ ਚਾਹੇ ਉਹ ਕੋਈ ਵੀ ਹੋਵੇ ਦੁਨੀਆ ਦਾ ਬੰਦਾ ਉਹਨਾਂ ਨੇ ਪ੍ਰਾਪੋਗੰਡਾ ਕੀਤਾ ਵੀ ਇਹਨਾਂ ਨੂੰ ਜਿਹੜਾ ਨਾ ਇਹਨਾਂ ਦੇ ਦਫਾ ਲਾ ਕੇ ਤੇ ਇਹਨਾਂ ਨੂੰ ਜਿਹੜਾ ਨਾ ਗਰਕ ਕਰਵਾਈਏ ਲੇਕਿਨ ਖੁਦਾ ਤਾਲਾ ਦੀ ਜ਼ਾਤ ਜਿਹੜਾ ਸਾਡਾ ਯਕੀਨ ਹੈ ਖੁਦਾ ਜ਼ਿੰਦਾ ਸਾਡਾ ਖੁਦਾ ਤਾਲਾ ਦੀ ਐਸੀ ਕਰਨੀ ਹੋਈ ਕਿ ਉਹ ਮੈਂ ਨਾ ਪੂਰਾ ਟੋਲ ਆਇਆ ਲੇਕਿਨ ਹਾਈ ਕੋਰਟ ਜਾ ਕੇ ਬਰੀ ਹੋ ਗਏ ਉਹਨਾਂ ਦੇ ਜਿੰਨੇ ਵੀ ਸ਼ਵਾਹਦ ਬਿਆਨ ਸਾਰੇ ਸਨ ਉਹ ਝੂਠੇ ਨਿਕਲੇ ਦੇਖੋ ਕਿ ਆਪਣੀ ਅਗਲੇ ਨੂੰ ਗਰਕ ਕਰਨ ਵਾਸਤੇ ਅਗਲੇ ਦੀ ਮੁਖਾਲਫਤ ਦੇ ਵਿੱਚ ਇਸ ਕਦਰ ਗਿਰ ਜਾਂਦੇ ਨੇ ਬੰਦੇ ਕਿ ਈਵਨ ਦੇਖੋ ਉਹਨਾਂ ਲੈਟਰਿਨ ਦੇ ਵਿੱਚ ਨਾਂ ਲਿਖ ਦਿੱਤਾ ਉਹਨਾਂ ਬੰਦਿਆਂ ਨੇ ਕਿ ਯਾਰ ਇਹ ਹੋ ਸਕਦਾ ਹੈ ਮੈਂ ਅਸੀਂ ਕਹਿੰਦੇ ਕੋਈ ਨਹੀਂ ਬੰਦਾ ਸੋਚ ਨਹੀਂ ਸਕਦਾ ਇੱਥੇ ਤੱਕ ਬੰਦੇ ਪਹੁੰਚ ਜਾਂਦੇ ਨੇ ਇਲਜ਼ਾਮ ਲਾਉਣ ਵਾਸਤੇ ਉਹ ਪਿੱਕ ਭਾਈ ਪਾਕਿਸਤਾਨ ਦੇ ਵਿੱਚ ਬੇਸ਼ੁਮਾਰ ਹਜ਼ਾਰਾਂ ਝੂਠੇ ਪਰਚੇ ਸਾਡੇ ਉੱਤੇ ਹੋਏ ਨੇ ਆਪ ਅਸੀਂ ਕਿਵੇਂ ਇਹਨਾਂ ਮੌਲਵੀਆਂ ਨੂੰ ਸਮਝੀਏ ਕਿ ਝੂਠੇ ਨੇ ਸੱਚੇ ਨੇ तो से इस्लाम ਮਤਲਬ का ताल्लुक कोई है ना 295 मेरे ਸੀ ਜਿਹੜੀਆਂ ਨੇ ਉਹ ਸਾਡੇ ਉੱਤੇ ਆਪਣੇ ਉੱਤੇ ਲੱਗੀਆਂ ਨੇ ਅਸੀਂ ਕਿਵੇਂ ਇਹਨਾਂ ਮੌਲਵੀਆਂ ਨੂੰ ਮੰਨ ਜਾਈਏ ਕਿ ਸੱਚੇ ਨੇ भाई। मैं तो ਵੇ ये ਸਾਰੇ कहता हूँ, ਮੌਲਵੀ इस्लाम को ਟੋਟਲੀ ਇੱਕੋ ਹੀ ਘੜੇ ਦੇ ਢੱਕਣ ਨੇ ਸਾਰੇ ਦੇ ਨਹੀਂ ਸਾਰੇ ਹੀ ਨਾ, ਝੂਠੇ ਨੇ ਨਹੀਂ ਨਾ, ਔਰ ਕਿੱਥੋਂ ਬਦਤਰੀਨ ਹੀ ਮਖਲੂਕ ਹੈ ਜਹਨਮੀ ਨੇ 72 ਫਿਰਕੇ ਸਮਝ ਲੱਗੀ ਜੇ ਐਵੇਂ ਨਹੀਂ ਅਗਲਿਆਂ ਨੇ ਆਖਿਆ 1400 ਸਾਲ ਪਹਿਲਾਂ ਪੇਸ਼ਗੋਈ ਹੋਈ ਐਵੇਂ ਹੋਈ ਇਸ ਪੇਸ਼ਗੋਈ ਤੇ ਫਿਰ ਉਹ ਜਿਹੜੇ ਹੁੰਦੇ ਨੇ ਬੰਦੇ ਇੱਕ ਦੋ ਬੰਦਾ ਆ ਜਾਂਦਾ ਆਣ ਕੇ ਉਹ ਦੱਸ ਦਿੰਦਾ ਉਹ ਆਹ ਗੱਲ ਜਿਹੜੀ ਹੈ ਉੱਥੋਂ ਨਿਕਲੀ ਉਹ ਲੰਨ ਤੇਰੀ ਜ਼ਿੰਦਗੀ ਦੇ ਉੱਤੇ ਤੇ ਜੇ ਤੂੰ ਨੁਸਰਤ ਜਹਾਂ ਅਕੈਡਮੀ ਵਾਲੀ ਖਬਰ ਛੱਡੀ ਏ ਤੇ ਛੱਡਣ ਤੋਂ ਬਾਅਦ ਉਸ ਤੋਂ ਬਾਅਦ ਉਹਦੀ ਤਸਦੀਕ ਤੋਂ ਬਾਅਦ ਉਹ ਬੰਦਾ ਬਾਹਰ ਦੇ ਮੁਲਕ ਟੁਰ ਗਿਆ ਤੇ ਉਹਨੂੰ ਤੁਸੀਂ ਫੜ ਨਹੀਂ ਸਕੇ ਕੋਈ ਵੀ ਉਹਨੂੰ ਤੁਸੀਂ ਕੈਦ ਨਹੀਂ ਕਰ ਸਕੇ ਉਹਦੇ ਉੱਤੇ ਤੁਸੀਂ ਕੇਸ ਨਹੀਂ ਚਲਾ ਸਕੇ ਤੇ ਸਾਬਤ ਹੋਇਆ ਕਿ ਉਹ ਸਾਰਾ ਕੰਮ ਜਿੰਨਾ ਵੀ ਹੈ ਪ੍ਰਾਪੋਗੰਡਾ ਪਿੱਛੇ ਮੌਲਵੀਆਂ ਨੇ ਲੈਪਟਾਪ ਦੇ ਉੱਤੇ ਕੀਤਾ ਸੀ ਹਰ ਚੀਜ਼ ਦਾ और उन्होंने ड्रामा सी बड़ा बड़ा अस्सलाम वालेकुम अकाब भाई हाँ जी काइंड हार्ट भाई अभी आप कहने लगे थे अकाब भाई की कि सारे उलमा ऐसे नहीं है कैसे कहने लगे थे सारे तो ऑब्वियसली सारों को तो हम एक जगह नहीं डाल सकते ना। अच्छा तो मुझे बड़े प्यार से ये बताएं कि ये जो हदीस पेश की थी तो आप किस तरह जज करेंगे कि ये सारे उनमें शामिल नहीं है नहीं, जहन्नुमी होना, जहन्नुमी तो इंसान अकायद की वजह से भी हो सकता है, जरूरी नहीं है एक सारे। मिसाल दी है जरूरी नहीं यार, कि सारे जहन्नमी बात हों। नहीं सुननी
تو کہنے کا مطلب یہ ہے کہ جب جہنمی والی آپ حدیث پیش کرتے ہیں نا، اس کا مطلب یہ نہیں کہ جہنمی وہ اس وجہ سے ہوں گے کہ وہ سارے چائلڈ اس میں ملوث ہوں گے، وہ اپنے عقائد کی وجہ سے جہنمی ہو سکتے ہیں، not the other way around۔ میں یہی کہنے لگا ہوں کائنڈ ہارٹ بھائی، یہ جو کہا گیا نا جہنم، یہ ایک مثال دی گئی ہے، سارے نہیں ہیں جہنمی، انہیں میں سے نیک سیرت پرور بھی ہیں، انسان نفس بھی ہیں جو تحقیق کرتے ہیں اور ایمان لے آتے ہیں، بالکل۔ لیکن مثال یہ دی جاتی ہے کہ اکثریت جو ہے نا، آپ صلی اللہ علیہ وسلم کی حدیث کا بتا رہی ہے کہ اکثریت گمراہ ہو جائے گی۔ اب ہم نے جج کیسے کرنا ہے کہ اکثریت میں کون ہے کون نہیں؟ اس لیے کہ اللہ تعالیٰ نے جو یہ کہا کہ اللہ کی رسی کو مضبوطی سے تھام لو، تو کائنڈ ہارٹ بھائی یہ اللہ کی رسی کیا ہے؟ یار وہ تو ابھی ڈسکشن ہو ہی نہیں رہی نا، وہ تو نہیں، عقائد والی نہیں، بات تو میں ہم تو چھوٹی روزانہ سی بات کرتے پوچھ رہا ہیں، ہوں۔ میں اور میں اوپن آئز ہم دونوں مل کے ہی کرتے ہوتے ہیں، عقائد پہ ہم لوگ بات کرتے ہیں اور نہیں ہم نہیں، لوگوں کے عقائد ساتھ پہ میں عمران کالن بات ہی صاحب بھی نہیں ہوتے کر، ہیں۔ میں عقائد پہ نہیں بات کر رہا نا کائنڈ ہارٹ بھائی، میں نے صرف ایک سمپل سوال پوچھا ہے کہ یہ اللہ کی رسی ہے، یہ کیا ہے؟ اللہ کی رسی کیا ہے؟ اللہ کی اللہ کی رسی وہ جو اللہ تعالیٰ نے اپنا پیغام بھیجا ہے، اپنا کلام بھیجا ہے، اس کو قرآن جو ہے وہ اللہ کی رسی ہے، بالکل وہی۔ ٹھیک ہو گیا بات۔ اب اللہ تعالیٰ کہتا ہے کہ اس تفرقہ نہ کرو، کس کو کہا یہ؟ تفرقہ نہ کرو یعنی کہ اب ہم ہی کہا ہے نا کہ تفرقہ فرق نہ نہ کرو، کرو لیکن آپ چیزوں آپ کیا ڈیورٹ کرنے کی کوشش کر رہے ہیں، آپ بات کری نہیں ڈیوائڈ نہیں کر، سمجھ نہیں آ رہی۔ دیکھیں اللہ کی رسی میں ہے کہ اور تم تفرقوں میں نہ پڑ جانا، یعنی کہ یہ اللہ کی جو رسی ہے نا، اس کو مضبوطی سے تھام لو اور تفرقوں میں نہ پڑ جانا۔ یہ جو تفرقے ہیں نا، یہ نہیں ہے کہ تم نے جو فرقے بنا لیے، بھابی دیوبندی بریلوی، نہیں، یہ نہیں، اس کا مطلب یہ ہے کہ قرآن کو پکڑ لو، بالکل اور اگر تم میں کوئی اختلاف ہو جائے تو قرآن ہی پہ لوٹ جاؤ، ٹھیک کہہ رہے ہیں، صحیح قرآن ہی پہ لوٹو۔ کیوں کہ تمہارے اندر قرآن ہی اللہ میاں نے حاکم بنا دیا، اس لیے کہا کہ اس کو ہی مضبوطی سے پکڑ لو، اس سے باہر نہیں جانا کسی بھی صورت میں۔ ٹھیک ہو کیوں؟ اگر آپ اس سے باہر جائیں گے قرآن سے تو آپ اپنا عادت آپ سارا دین ہی کھو بیٹھیں گے۔ ٹھیک ہو گیا جناب۔ تو میرے بھائی بات یہ ہے کہ جو علماء ہے نا، اس کی یہ تو پیش گوئی صحیح ہے کہ ایک بڑی تعداد جو ہے نا وہ آپ کی حدیث کے نیچے آ چکی ہے، اور یہاں تک ہے کہ اللہ تعالیٰ کے حضور حضرت صلی اللہ علیہ وسلم نے فرمایا میری امت پہ ایک زمانہ اضطراب کا آئے گا کہ میرے علماء جب آپ ان سے مشورہ لینے جاؤ گے آگے کیا دیکھو گے؟ سور اور بندر ہیں، اور یہی وہ لوگ ہیں جو انتہائی خراب اور گمراہ ہیں قسم کے۔ بالکل۔ تو اب یہ ہے کہ جو جن پیش گوئیوں کے مطابق حضرت صلی اللہ علیہ وسلم کی اکثریت علماء کی ایسی ہے، تو انہی سے ہی یہ لوگ تعلیم حاصل کریں، انہی علماء سے۔ ٹھیک ہو اور گیا۔ جو بھی علماء جو بھی تعلیم اسلام اور قرآن کے خلاف ہے وہ انہی علماء نے دی ہوئی ہے، اس لیے یہ حدیث پیش کی جاتی ہے۔ تو پلٹ کے پھر کدھر؟ میں آپ سے اس بارے میں ایک سوال پوچھ سکتا ہوں؟ وہ سوال یہ ہے کہ ہم بھی اپنے آپ کو مسلمان کہتے ہیں، جی کہتے ہیں نا، تو ہمارے علماء بھی مسلمانوں کے اندر ہی ہے، بالکل تو ہمارے علماء بھی ان میں بھی شامل ہیں، بالکل۔ تو اوور آل کیونکہ ہم لوگ اسلام سے تعلق رکھتے ہیں، اپنے کو مسلمان کہتے ہیں، تو ہم بھی اس سے ایگزامپٹ نہیں ہے جو بات کی گئی ہے۔ جو بات کی گئی ہے نا، فرق دیکھیں کیا ہے کہ ان کے علماء نے جو تعلیم حاصل کی، آپ ان کے نہیں ہو سکتے نا، کیونکہ ہم اپنے آپ کو مسلمان کہتے ہیں میرے بھائی۔ آپ مسلمان کہتے ہیں تو کائنڈ ہارٹ بھائی، آپ صلی اللہ علیہ وسلم نے یہ حدیث اپنی امت کے لیے کی تھی، تو ہم امت میں نہیں ہیں۔ اب سن تو لینا، ہم سب بنی آدم ہیں اور حضرت صلی اللہ علیہ وسلم کی امت کے ہیں، اور قیامت تک کے لیے جو بھی پیدا ہوگا وہ آپ صلی اللہ علیہ وسلم کی امت میں سے ہوگا۔ ہمارے علماء بھی اس میں ہی۔ ٹھیک ہو گیا آپ کی بات؟ میں یہ کہہ رہا ہوں، بس اتنی سی بات تھی۔ نہیں خالد بھائی، ہمارے جو علماء ہیں اس طرح کام ایک منٹ احمد بھائی، احمد جٹ بھائی، ایک منٹ دیکھیں، اتنی تشخیص لی کرنی پڑی کائنڈ ہارٹ بھائی،
کہ یہ جو آپ صلی اللہ علیہ وسلم نے امت کے اندر بگاڑ کی زمانہ بتایا نا، یہ ان علماء کا تھا کہ جب اتنی بگاڑ آئے گا تو اس کے اصلاح کرنے والے کے لیے پھر پیش گوئی تھی. ٹھیک ہے، جو مجدد ہوتا ہے، جیسے فار ایگزامپل مجدد جو ہوتا ہے اس کا وہ اصلاح کرنے کے لیے آتا ہے. بالکل ٹھیک بات، صحیح کہہ رہے ہیں. ٹھیک ہے. اب مجدد جس کی پیش گوئی کی ہے نا، جس کی بھی آپ صلی اللہ علیہ وسلم نے ان پیش گوئی کے مطابق جس نے جس کو اگر اس کو پہچان لیا جب بھی آنا تھا وہ زمانہ اور وہ آئے گا تو اس کو مانے گا نا، تو اس کو مانے گا جو پیش گوئی کے مطابق آیا ہے. وہ اس علماء میں سے نہیں ہوگے جو ان کے علماء ہوں گے جن کے اوپر آپ ایمان لائیں گے. اتنا کا بات. وہ ان کے علماء سے نہیں ہوں گے. ٹھیک ہوگی بات. ٹھیک ہے. جی. تو جب انہوں نے نام لیا ان مسلمانوں میں ہم نہیں آتے، ہم الگ ہوں گے. مطلب مسلمان دیکھیں، دین ایک ہی ہے، دین ایک ہے. یہ جو رسی ہے نا اللہ کی رسی کا یہ قرآن ہے کہ اگر تم میں اختلاف ہو تو تم نے علیحدہ علیحدہ ہو کے نا اپنی تشریح نہیں کرنی، واپس قرآن پر آ جاؤ تاکہ 1 سے 2 بھی نہ ہوتے، 3 بھی نہ ہوتے. قرآن یہی بتا رہا ہے کہ اس کو پکڑ لو. اگر تمہیں یہ اختلاف پیدا ہو جائے، کوئی بھی مسئلہ پیدا ہو جائے تو قرآن اللہ تعالیٰ کہتا ہے قرآن لا رہے بے، یہ تمہارا مسئلہ حل کر دے گی. آؤ تو صحیح قرآن کو پکڑ لو، تو 1 سے 2 بھی نہ ہوتے. ٹھیک ہو گیا. بس اتنی سی بات ہے. لیکن اس کے باوجود آپ صلی اللہ علیہ وسلم نے اس زمانے کی پیش گوئی کی تھی، یہ بتانے کے بعد بھی کہ میری امت کے اندر ایسا ایسا زمانہ بھی آئے گا کہ جب علماء کی اکثریت آسمان کے نیچے بدترین مخلوق ہوں گے، ان کی مسجدیں ویران ہوں گی، قرآن شریف جو ہے عرف تہجی کے طور پہ رہ جائے گا، ایمان سری استارے پہ پہنچ جائے گا. یہ باتیں آپ صلی اللہ علیہ وسلم نے اس رسی کو مضبوطی سے تھامنے کے باوجود اس کی پیش گوئی کی تھی کہ ایک زمانہ ایسا بھی آئے گا. لیکن اس زمانے کا جب یہ بتایا، مرض بتایا، تو اس کا بتایا کہ جب مرض آئے گا نا اس کا ایک مسیحا بھی آئے گا اس مرض کا علاج کرنے کے لیے. وہ مسیحا کیا کام کرے گا؟ اور یہ مجھے یہ لفظ لکھے ہوئے دکھا دیں کہ اس مسیحا کو ماننے والے، دیکھیں میری بات سنیں، یہ لفظ مجھے دکھا دیں کہ اس مسیحا کے ماننے والے آگے کوئی گناہ نہیں کریں گے. یہ اس کی گارنٹی دیکھیں، اس کی گارنٹی نہیں ہے، نہیں ہے نا، گارنٹی نہیں ہے. اتنی سی میں کہہ رہا ہوں. تو ہاں اتنی، لیکن بات یہ ہے، چلو پیارے بھائی، کائنات بھائی میری بات سنیں. ایک پیارے بھائی ایک بات غور سے سوچا کریں. کبھی اگر وہ غلط کام مولوی کرتے ہیں پاکستان میں، کسی بھی مولوی نے اٹھ کر کہا کہ یہ غلط ہے؟ بہت کہتے ہیں، صاف کہتے ہیں، ڈس اون کرتے ہیں. نہیں کرتے وہ. کبھی وہ تو جب وہ تھانے جاتے ہیں لے کر بچوں کو، تو وہ جو ملا پیچھے چلے جاتے ہیں اور جا کر کہتے ہیں کہ او نہیں ہے یہ، ان کو دھمکیاں ملنی شروع ہو جاتی ہیں. اسی طرح یہ سارے ایک زمرے میں آ جاتے ہیں، ایک دوسرے کا ساتھ دیتے ہیں، تو پھر ایک وہ اسی زمرے میں ایک آ جاتے ہیں کہ ایک جیسے ہی ہیں سب. ہاں بھی بلا بھائی، اگلے دن شامل حق نے ایک گھر میں پیسے جا کے دے کے آیا تھا. اس نے کہا تھا کہ پرچہ کٹوا دو، ختم کر دو، تو بس یہ پیسے لے دو. بچے کے ساتھ زیادتی ہوئی تھی. کیا مطلب ہے اس کا؟ یہ اس کا مطلب کہ سب ایک ہی ہیں. مطلب آپ وہ کیسی اپنا بات کر رہے ہیں؟ آپ پڑھے لکھے ہو کر آپ کو پتہ نہیں لگ رہا؟ کیوں آپ اس بات پہ جریا کر رہے ہیں؟ آپ کو کیا ملے گا غلط بات کو صحیح بنانے میں؟ غلط بات کی بات ہی نہیں ہے. جو لوگ اس کے ساتھ دے رہے ہیں ان کو بولیں. جو زیادہ تر آپ کے سوشل میڈیا پہ ہو گئے، سوشل میڈیا سے باہر نہیں، ہو کوئی گئے، ایک بھی بولتا ہے کہ غلط ہے. آپ دکھائیں مجھے، ابھی دکھائیں. یار ہزاروں بندے جیلوں میں پڑے ہوئے ہیں لا الہ الا کوئی اللہ ایک بولا ہے، محمد رسول اللہ پڑھنے کے جرم میں. بولتا ہے کہ یہ غلط ہے، مجھے دکھائیں. مولوی ہو، ان کا کون ذمہ دار ہے؟ کائنڈ ان کے بارے میں کبھی آپ نے بات نہیں کی جو ہزاروں بندے لا الہ الا اللہ محمد رسول اللہ پڑھنے کے جرم میں جیلوں میں پڑے بند ہیں. عقاب بھائی ایک منٹ بات سنیں. ایک آدمی جس کی جو مولوی ہو اور وہ کہے کہ یہ غلط ہوا ہے، مجھے دکھائیں، اس کا بیان بتائیں. مختصر بات میں بھی کروں بھائی، ایک جگہ اجازت دیں تو بھی کر لو. میں ایک بات دیکھ رہا ہوں کہ جیسے یہ بھائی کہہ رہے ہیں نا، حبیب اللہ بھائی صاحب کہہ رہے ہیں
کہ مولوی ڈیفینڈ کرتے ہیں، آپ لوگ بھی وہی کام کر رہے ہو. آپ لوگ بھی ایک خبر سچی خبر ہے اس پہ ڈیفینڈ کرے آگے کو یار یہ سوشل سچی ہے تو پھر یار دلیل دو نا، سچی ہے تو بہت شکن. میری بات سنو، میری بات سنو، آپ بھی بہت اچھے بندے ہیں، میری بات سنیں. آپ نے ایسے کہہ دیا سچی خبر ہے سچی خبر ہے. اب میں بیٹھا ہوں نا ادھر، آپ تینوں میں سے کوئی بندہ ایک جو ہے نا مجھے اس کا ثبوت دے دے، پروف دے دے کہ یہ سچی خبر ہے. بھائی اس نے مان تو لیا. پھر آپ ایسے کیوں کرتے ہیں؟ آپ کو کیسے سمجھانا پڑے گا بتائیں مجھے. بھائی یار غصہ نہ کرو، بات کو غصہ نہ کرو مطلب کہ آپ کی ماں کے اوپر کو بندہ الزام لگا دے، آپ کی بہن کے اوپر کو الزام لگا دے، آپ کے باپ کے اوپر کو الزام لگا دے، آپ کے اوپر کو الزام لگا دے، تو آپ اس کو کہیں گے یہ سچی خبر ہے، یہ سچی خبر ہے. اس کا پروف دینا پڑے گا ہمیں. بھائی اس نے اپنی غلطی مان لی، اس بندے نے اپنی کس نے مان لیا؟ خام خواہ اپنے وہ آسٹریلیا کا بندہ، ہمیں کیا پتا کون ہے کون نہیں ہے. بھائی آسٹریلیا سے خبر نکلی ہے، اس کی پوری ڈیٹیل جو ہے وہ ڈیٹیل یار آپ کو پتا چلا، ہمیں کیوں نہیں چلی ڈیٹیل کا پتا چلا؟ میں آپ کو بھیج دیتا ہوں یار، ایک اوپن آئیز کی پارٹی پڑی ہے اس کی. پھر ایسے ادھر بیٹھ کے ادھر ڈیٹیل نہ مجھے بتائیں ڈیٹیل بتائیں سامنے، سارے سب کے سامنے بتائیں. کھولیں بھائی اس کا بڑا کیمرہ کریں، طاہر بھائی اس کا بڑا کیمرہ کریں، اس کو ڈیٹیل بتانے دیں. بتائیں وہ تو بتائیں ڈیٹیل، بڑے کا بڑا کیمرہ کریں، کھولیں اپنا کیمرہ کھولیں، ڈیٹیل دکھائیں. اوپن آئیز کا کیمرہ بڑا کرو، اس کو بڑا کرو، وہ دکھا رہا ہے یار. بھائی غصہ کس بات کا آپ کو بتائیں مجھے، کس بات جائے بھائی اوپن آئیز کا کیمرہ اوپن کرو بھائی. کیوں بھائی اوپن آئیز کھولو بھائی. اگر جماعت احمدیہ کا ذکر نہ ہوا، آسٹریلیا کی خبر نے نہ کیا جماعت احمدیہ کا ذکر، اس کو نیچے اتار دینا طاہر بھائی اسی وقت خبر میں اگر جماعت احمدیہ کا ذکر نہ آیا تو. جماعت احمدیہ کی بات ہی نہیں ہو رہی. کہا بھائی چھوٹی سی قرآن کی بات سن لیں، جھوٹے بندے کے لیے اتنا ہی کافی ہے کہ وہ سنی سنائی بات آگے نشر کرتا ہے. یہ بات سن لیں، وہ جھوٹا ہے جو سنی سنائی بات کرتا ہے، چاہے احمدی ہو چاہے غیر احمدی ہو. جتنی دیر تک تحقیق نہیں کر سکتے، کوئی اللہ نے حق نہیں دیا آپ کو کہ آپ آگے نشر کرے بات. یار آپ لوگ جو ہے نا جذباتی ہو جاتے ہیں جیسے دوسرے لوگ. وہ یہی بھائی نہیں جذباتی ہو جاندے ہو، اسی نہیں جذباتی ہوندے، اسی بھائی صحیح ہے. جے بھی اپنے تسی اگر انہوں ننگیا کر دیو اسی جذباتی بھی نہ ہوئیے. واہ بھائی واہ. یار کتنے کیا کہ جماعت احمدیہ کا قصور ہے. مطلب تیرے پیو نو ننگیا کیتا جائے تو جذباتی نہ ہوئے گا کوئی. ایک کون ہے ایک منٹ سارے بندے میوٹ کرو، سارے بندے میوٹ کرو. ہاں جی اوپن آئی صاحب کہاں بتایا انہوں نے جماعت احمدیہ کا ذکر کیا؟ بتائیں کہ یہ بندہ جماعت احمدیہ کا ہے. confessed to 16 offences, including possessing and producing child exploitation material. He'll front the district court next month when the sentencing process. چلیں نیچے اتار دیں اس کو، کہیں نہیں لکھا ہوا جماعت احمدیہ، اس کو نیچے اتار دیں. طاہر بھائی یہ جھوٹا بندہ ہے اوپن آئیز، اس کو نیچے اتار دیں. یہ اس نے جھوٹی خبر پھیلا رہا ہے، اس کو نیچے اتار دیں. جھوٹا بندہ ہے یہ بھی ایک جھوٹا ہو گیا. دوسرا جھوٹا کون ہے بھائی؟ یہ بھی نبی کریم صلی اللہ علیہ وسلم کی حدیث چاہ اس کو نیچے اتاریں بھائی جان، یہ جھوٹا بندہ ہے. طاہر بھائی ہم نے کب کہا ایسے میں کی کہہ رہا ماس ریلیشن ہے؟ اینو تھلے لا دیو، یہ جھوٹا بندہ ہے کیونکہ گل ہی نہیں ہے کوئی بھی وچ. تھلے لا دیو اینو، تھلے لا دیو آکھیا اوپن آئیز نو. اچھا میں کرتا ہوں نا کیمرہ بند کر. نہیں تھلے لا دیو اینو، ہے ہی جھوٹا ہے. جھوٹے بندے نو گول بٹھانا. تسی سچ دا ساتھ دینا کہ جھوٹ دا دینا پہਲਾਂ دسو. سچ کا سچ دا ہی دینا ہے، سچ دا دینا ہے. جنہیں اللہ دے رسول دے اوتے جڑا نا بیعت کیتی دی ہے، اللہ او دے نال ہے، جہنمیاں دے نال نہیں. اپنے کولوں دھوڑ چ ٹٹو ڈائی جان ڈے نے. اچھا بالکل بالکل بھائی جی کچھ لوگ جو نا دنیا تے جھوٹ پھیلانے واسطے آئے نے، سمجھ لگے شیطان سنبھالی. پہلے ایک کام کر لیں آپ عقاب بھائی، آپ اپنے جو بھی جماعت کا ہے نا قضاء یا جو بھی آپ کا ڈپارٹمنٹ ہے، آپ ان کو کال کر کے پوچھ لیں کہ اس کو ڈس آن کرتے ہیں تو آپ کو بتا کر لئیے. میں کال کر لئیے جماعت سے نکالا جا پھر تو پہلا دی کال ہو گئی ہے. اس کو جماعت سے نکالا جا چکا کرنے کی ضرورت ہے. اس کو جماعت سے نکالا جا چکا ہے. کر لئیے کال کر لئیے، جماعت چوں نکال دیں. تو چپ کر کے بیٹھا رہا، جماعت دا ماما بنیا پھرنا ہے. بہ جا، جننے جوگا ہے نا انہاں کو کام کر. بڑا اوپن آئی بھائی بھی وہ غیر احمدیوں کو اپنے براڈ کمپیوٹر جاننا. میں اوپن آئیز نو بھی جاننا تے کائنڈ ہیڈ نو بھی جاننا، انہاں دے ساری انہاں دی سوچ نو بھی جاننا تے انہاں دے جو اندر گاندے انہاں نو بھی جاننا. میں اے مطلب اے اوپن آئیز نو کہو میرے سامنے میوٹ کھول کے میرے نال گل ہی کر چھڑے، اینو میں مان چھڑا کہ واقعی یہ بندہ ہے. یہ بندہ ہی نہیں ہے. السلام علیکم ورحمۃ اللہ وبرکاتہ. وعلیکم السلام ورحمۃ اللہ. اوپن آئیز کائنڈ ہیڈ دا میوٹ کرو ایک منٹ. طاہر صاحب کائنڈ ہیڈ دا میوٹ کرو ایک منٹ.
ਹਾਂਜੀ ਓਪਨ ਆਈ ਸਾਹਿਬ ਇੱਥੇ ਕਿਹੜੀ ਖਬਰ ਆਸਟ੍ਰੇਲੀਆ ਦੀ ਖਬਰ ਦੇ ਵਿੱਚ ਕਿੱਥੇ ਇੰਗਲਿਸ਼ ਚ ਉਹਨੇ ਕਿਹਾ ਕਿ ਜਮਾਤ अहमदिया ਦਾ ਇਹ ਬੰਦਾ है? देखें कितने उनके तस्दीक होने लिए की? उनके लिए ये ज़रूरी नहीं है वो बंदा किस कम्युनिटी का हो, इसलिए वो चीज़ मेंशन नहीं करते। वो एक इंडिविजुअल को डिस्कस कर रहे हैं। बाद में अब बंदे का कहीं ना कहीं किसी कम्युनिटी से ताल्लुक होता है ना, जिस तरह डॉक्टर अब्दुल सलाम है उनका ताल्लुक हमारी कम्युनिटी से है, और तो यार हम इस बात को कहते हैं छोड़ो, कि अपनी हमारी बात कम्युनिटी सुनाओ। से है। बाद में आप नहीं, इसी तरह जब एक बंदा गलत काम करता है उसको एक सेकंड भी बता साहब, एक सेकंड। मैं इसीलिए कहता हूँ कि आप कैसे मौलवियों को हम फैसला ले बोलते हैं सकते वो हैं हमें बाद बोल वाली रहे हैं। बात का? बाद वाली बात का आप कैसे फैसला ले सकते हैं? तो अभी बाद में होना है तो पहले ही आप कह रहे हैं कि जमात अहमदिया का बंदा है। अल्ताफ भाई आप और हबीब भाई, हम जिस तरह आइडिया लगा लेते हैं ना बैठे बैठे, जैसे ही आप मौलवी की आइडिया रिपोर्ट आती है अपने कि ये घर का डेफिनेटली लगाए, होगा, लगाए। हम प्रूफ नहीं देखते। अपने घर का भी कभी आइडिया लाए कि तेरे घर ਦੇ ਵਿੱਚ गलत ਕੀ ਹੁੰਦੇ आइडिया ਆ। आप जमात का ना लगाए, अपने घर का लगाए, अपने घर घर का का आइडिया लाए कि मैं कह रहा हूं बंदे ने गलत किया तो फारग हो जाओ। की हो गया? जमात का नाम कौन ले रहा है यार? ਤੁਸੀਂ जमात ਲੈ का ਰਹੇ ਹੋ नाम ਹੋਰ ਕੌਣ ਲੈ ਰਿਹਾ? ਤੂੰ ਫਿਰ ਇੱਥੇ ਵੀਡੀਓ ਕਾਦੇ ਵਾਸਤੇ ਚਲਾਣ ਡਿਆ ਹੈ? ओ भाई तुसी कह रहे हो जमात का नाम लिखाओ। ਓਪਨ ਆਈਜ਼ ਦਾ मैं तो ਭਾਈ इंग्लिश ਜੀ वीडियो ਓਪਨ दिखाई ਆਈਜ਼ ਦਾ जमात का ਛੋਟਾ नाम नहीं ਭਾਈ आया। ਸੀ ਤੂੰ ਤੇ ਨਹੀਂ ਆਇਆ ਤੇ ਫਿਰ ਅੰਬਲੈਂਡ ਉੱਥੇ ਵੀਡੀਓ ਚਲਾਣ ਡਿਆ ਹੈ? ਬਾਅਦ ਨੂੰ ਤੂੰ ਮਾਟਣਾ ਚ ਜਿੰਦਾ ਰਹਿਣਾ ਹੈ। मैं कह रहा हूं तुसी भी ना मौलवियां नु छੱਡ ਦਿਓ यार। ਨਹੀਂ ਮੈਂ ਬਾਅਦ ਨਾ ਨੂੰ ਕਿ ਜਿੰਦਾ ਤੈਨੂੰ ਰਹਿਣਾ ਅੰਬਲੈਂਡ ਹੈ। ਉੱਥੇ ਵੀਡੀਓ ਚਲਾਣ ਡਿਆ ਹੈ, ਜੇ ਉਹਦੇ ਵਿੱਚ ਜਮਾਤ ਦਾ ਜ਼ਿਕਰ ਨਹੀਂ ਆਇਆ, ਕੋਈ ਵੀ ਮਸਲਾ ਮਸਲਾ ਨਹੀਂ ਆਇਆ ਤੇ ਅੰਬਲੈਂਡ ਉੱਥੇ ਵੀਡੀਓ ਚਲਾਣ ਡਿਆ, ਨਾ ਕਾਦੇ ਵਾਸਤੇ ਲੈਣ ਡਿਆ ਹੈ? यार गल ये है कि जे वो जमात दा है तो तुसी ਚੱਲ ਥੱਲੇ ਕਿ ਚੱਲ ਤੂੰ ਮੈਂ ਤੈਨੂੰ ਆਣਾ ਕਿ ਤੂੰ ਅੰਬਲੈਂਡ ਨੂੰ ਇਹ ਚਲਾਣ ਡਿਆ, ਫਿਰ ਮੈਂ ਤੈਨੂੰ ਇਹ ਪੁੱਛਣ ਡਿਆ ਕਿ ਜਮਾਤ ਦਾ ਨਹੀਂ ਹੈ ਤੂੰ ਅੰਬਲੈਂਡ ਨੂੰ ਇੱਥੇ ਚਲਾਣ ਡਿਆ ਹੈ? ਤੈਨੂੰ यार भाई तो थले लाओ उधर उधर ਇਹਨੂੰ ਥੱਲੇ खंजीर ਲਾ ਯਾਰ ਚਾਰ खंजीर ਭਾਈ। उधर ਇਹ खंजीर ਮੁਨਾਫਿਕ सुनन दे ਆਦਮੀ ਹੈ। अपनी ब्राड ते बैग इस कंजर दियां गल्लां सुनन दे, इस कंजर दियां ए ओपन आई कंजर दियां गल्लां सुनन दे। खंजीर आमर ओपन आई दे, खंजीर आमर खंजीर आमर खंजीर ओयो आमर खंजीर 2 नंबर बुड्ढी दे खसमा और लांती आमर नजीर ए तू जेड़ा अपना अपना मुंडा भेजा ना ओपन आई ਇਹਨੂੰ ਲਾਇਆ ਜਾ ਕੇ ਵਰਨਾ ਮਾਰਿਆ ਜਾਏਗਾ। ਸ਼ੁਕੀਆਂ ਇਹਨਾਂ ਨੂੰ ਨਹੀਂ ਕੋਈ ਵੀ ਕਾਬ ਜਾਣਦਾ, ਦੁੱਖੀਆਂ ਸ਼ੁਕੀਆਂ ਜਿਹੜੀਆਂ ਤੇਰੀਆਂ ਨਾ ਸਾਰੀਆਂ ਚੁੱਕ ਕੇ ਪਾ ਮਾਰਦਾ ਇਹ ਤੇਰਾ ਮੁੰਡਾ ਨਜਾਇਜ਼ ਮੁੰਡਾ ਹੈ ਤੇ ਆਪਣੇ ਮੁੰਡੇ ਨੂੰ ਲੈ ਜਾ। ਓਏ ਖੰਜ਼ੀਰ ਇਹ ਨਹੀਂ ਤੇਰੀਆਂ ਦੁੱਖੀਆਂ ਇੱਥੇ ਚੱਲਣੀਆਂ ਜਮਾਤ ਅਹਿਮਦੀਆ ਚ। ਓ ਅਮਰ ਖੰਜ਼ੀਰ ਓ ਅਮਰ ਖੰਜ਼ੀਰ ਲੈ ਜਾ ਆਪਣਾ ਮੁੰਡਾ ਇਹ ਜਿਹੜੀ ਲੈ ਜਾ ਆਪਣਾ ਮੁੰਡਾ। ਇਹ ਜਿਹੜੀ ਗੱਲ ਕਰਨ ਡਿਆ ਹੁਣ ਕੀ ਇਹਦਾ ਨਾਮ ਹੈ? ਇਹ ਅਮਰ ਖੰਜ਼ੀਰ ਅਮਰ ਭਾਈ ਜਿਹੜੀ ਗੱਲ ਕਰਨ ਡੇ ਨੇ ਬਾਅਦ ਚ ਸੱਚੀ ਨਿਕਲ ਆਏਗੀ ਨਾ ਕਿ ਤੂੰ ਉਹਦਾ ਅਮਰ ਬੱਚਾ ਖੰਜ਼ੀਰ ਤੇਰਾ ਮੁੰਡਾ ਇਹ ਬਾਅਦ ਵਾਲੀ ਗੱਲ ਸੁਣਾ ਦੇ ਤੇਰੀਆਂ ਗੱਲਾਂ। ਇਸ ਗੱਲ ਦੀ ਗਾਰੰਟੀ ਹੈ ਕਿ ਤੂੰ ਉਹਦਾ ਹੀ ਬੱਚਾ ਮੈਂ। ਓਏ ਉਹ ਕੁਝ ਵੀ ਨਹੀਂ, ਬਸ ਸਿਰਫ ਸੋਸ਼ਲ ਮੀਡੀਆ ਦਾ ਰੁਝਾਨ ਜਿਹੜਾ ਉਹ ਬਦਲੀ ਕਰਨਾ ਹੈ, ਸਿਰਫ ਇਸ ਵੇਲੇ ਤੋਂ ਕੱਖ ਨਹੀਂ ਕਰਨਾ ਕਿਉਂਕਿ ਉਹਨਾਂ ਦੀ ਪਾਰਟੀ ਹੈ, ਉਹ ਪਾਰਟੀ ਸੀਪਦੀ ਨਹੀਂ ਪਈ, ਉਹ ਸੀਪਣੀ ਜਿਹੜੀ ਨਾ ਕਿਸੇ ਤਰੀਕੇ ਨਾਲ ਨੇ ਤਰੋਕੇ ਲੱਗ ਜਾਣੇ ਨੇ ਕਿਸੇ ਤਰੀਕੇ ਨਾਲ। ਅਮਰ ਭੈਣ ਹੱਕ ਜਿਹੜਾ ਅਮਰ ਭੈਣ ਹੱਕ ਇਹਦਾ ਦੂਜਾ ਜਵਾਈ ਜਿਹੜਾ ਇਹਦਾ ਓਪਨ ਆਈ ਦਾ, ਠੀਕ ਹੈ ਨਾ। ਇਹ ਬਗੈਰ ਮੁਨਾਫਿਕ ਇਨਸਾਨ ਹੈ, ਉਹ ਕੁੱਤਿਆਂ ਨੂੰ ਗੱਲਾਂ ਸੁਣਾਉਣ ਡਿਆ ਬਹਿ ਕੇ ਉਹ ਅਮਰੀਕਾ ਦੇ ਵਿੱਚ ਚੱਲਾ ਦੇ ਬੰਦਿਆਂ ਦੇ ਪਾੜੀ ਏ ਤੇ ਉਹ ਪਾਰਟੀ ਨੂੰ ਤਰੋਪੇ ਨਹੀਂ ਲੱਗਦੇ ਪਏ ਆ ਜੀ, ਕਿੰਨੇ ਦਿਨ ਹੋ ਜਾਂਦੇ ਇਹ ਹਰਾਮਜ਼ਾਦਾ ਹੈਗਾ, ਇਹ ਓਪਨ ਆਈ ਹਰਾਮਜ਼ਾਦਾ ਹੈਗਾ। ਇਹ ਆਪਣੇ ਇੱਕ ਪਿਓ ਦਾ ਪੁੱਤਰ ਹੁੰਦਾ ਨੇ, ਹੁਣ ਤੂੰ ਚਲੇ ਜਾਂਦਾ ਨਾ ਇਹ ਮਿਕਸ ਹੈਗਾ। ਗੈਰਤ ਬੰਦ ਹੁੰਦਾ ਨੇ, ਹੁਣ ਚਲੇ ਜਾਂਦਾ। ਇਹ ਤੇ ਹੈ ਹੀ ਮੁਲਹਦ ਹੈਗਾ ਨਾ, ਕਾਇੰਡ ਹਾਰਟ ਤੇ ਹੈ ਹੀ ਮੁਲਹਦ। ਦੁਕੀਆਂ ਨੇ ਦੋਵੇਂ ਹੀ ਇਹਨਾਂ ਥੱਲੇ ਲਾ ਯਾਰ ਯਾਰ ਤਾਰ ਸਾਹਿਬ ਇਸਲਾਮ ਤੇ ਨੂੰ ਕਰੋਗੇ ਨਾ ਤਾਰ ਸਾਹਿਬ, ਤੁਸੀਂ ਚੁੱਪ ਕਰਕੇ ਬਹਿ ਰਹੇ ਹੋ, ਇਹਨਾਂ ਨੂੰ ਕੀ ਕਰਨਾ ਜੇ ਇਹਨਾਂ ਦਾ ਚਾਰ ਪਾਣਾ ਜੇ। ਇਹ ਉਧਰ ਖੰਜ਼ੀਰ ਨੂੰ ਸੁਣਾਣ ਡਿਆ ਗੱਲਾਂ ਸਾਰੀਆਂ ਤੁਹਾਡੀਆਂ ਸੁਣਾਣ ਡਿਆ, ਉਹ ਲਾਂਤੀ ਉਧਰ ਖੁਸ਼ ਹੋਣ ਡੇ ਨੇ, ਲਾਂਤੀ ਕਰਦਾਰ ਦੇ ਜਿਹੜਾ ਅਮਰ ਖੰਜ਼ੀਰ ਜਿਹੜਾ ਉਧਰ ਆਪਣੀ ਬਰਾੜ ਤੇ ਸੁਣਨ ਡਿਆ। ਉਹ ਸ਼ੁਏਬ ਕਾਲਾ ਜਿਹਦਾ ਜ਼ਿਕਰ ਵੀ ਨਹੀਂ ਹੋਇਆ ਉਹਦੀ ਭੈਣ ਦਾ, ਤੇ ਕਾਲਿਆ ਸ਼ਰਮ ਕਰ ਡੁੱਬ ਕੇ ਮਰ ਜਾ। ਤੇਰੇ ਹੀ ਭੈਣ ਭਰਾ ਤੇਰੀ ਭੈਣ ਨੂੰ ਚੌਕ ਚ ਲੈ ਆਏ ਨੇ ਹੈ ਲਾਂਟੀਆ, ਤੇਰੇ ਹੀ ਭਰਾ ਤੇਰੀ ਭੈਣ ਨੂੰ ਚੌਕ ਚ ਲੈ ਆਏ ਨੇ ਦਲਿਆ। ਉਹ ਸਾਡੇ ਭਰਾ ਨੇ ਤੇ ਸਿਰ ਇੰਨਾ ਹੀ ਕਿਹਾ ਸੀ ਨਾ ਰਿਸ਼ਤਾ ਦੇ ਦੋ, ਕੋਈ ਗਲਤ ਗੱਲ ਤੇ ਨਹੀਂ ਕੀਤੀ, ਉਹਨੇ ਤੇ ਇਹੀ ਕਿਹਾ ਸੀ। ਲੇਕਿਨ ਤੂੰ ਤੇਰੇ ਭਰਾਵਾਂ ਨੇ ਤੇਰੀ ਭੈਣ ਨੂੰ ਕਿਹਾ ਕਿ ਆ ਸ਼ੁਏਬ ਰਾਜਾ ਦੀ ਭੈਣ ਨੂੰ ਲੈ ਆਓ ਅੱਗੇ ਚੌਕ ਤੇ। ਬਗੈਰ ਤਾਂ ਇੱਕ ਮਿੰਟ ਸਰ ਭਾਈ, ਡੁੱਬ ਕੇ ਮਰ ਜਾਓ ਲਾਂਤੀ। ਉਹ ਝੂਠੀ ਖਬਰ, ਉਹਨੇ ਤੇ ਭੈਣ ਦਾ ਜ਼ਿਕਰ ਹੀ ਨਹੀਂ ਕੀਤਾ, ਉਹਨੇ ਤੇ ਕਿਹਾ ਵਿਆਹ ਕਰਾ ਰਿਸ਼ਤਾ ਦੇਣਾ। ਉਹ ਬਗੈਰ ਸ਼ੁਏਬ ਰਾਜਾ ਔਰ ਡੁੱਬ ਕੇ ਮਰ ਜਾ, ਅੱਗੇ ਤੇਰੀ ਕਾਲੀ ਸ਼ਕਲ ਹੈ ਔਰ ਤੂੰ ਡੁੱਬ ਕੇ ਮਰ ਜਾ। ਤੇਰੀ ਭੈਣ ਨੂੰ ਤੇਰੇ ਹੀ ਭਰਾ ਲੈ ਕੇ ਆਏ ਨੇ ਚੌਂਕ ਚ,
ਉਹ ਲਾਂਤੀਆ ਬਗੈਰਤਾ ਡੁੱਬ ਕੇ ਮਰ ਜਾ। ਅਸੀਂ ਤੁਹਾਡੀ ਬਾਤ ਦੱਸਣ ਰਹੇ ਹਾਂ ਸਫੀਆ, ਅਸੀਂ ਜਮਾਤ ਨੂੰ ਬਦਨਾਮ ਨਹੀਂ ਕਰਦੇ, ਅਸੀਂ ਤੁਹਾਡੇ ਮੌਲਵੀਆਂ ਦੀ ਬਾਤ ਦੱਸਣ ਰਹੇ ਹਾਂ ਜਿਨ੍ਹਾਂ ਦੇ ਝੋਲੀ 'ਚ ਤੂੰ ਵੀ ਜਾ ਕੇ ਬੈਠੀ ਹੈ। ਇੱਕ ਮਿੰਟ ਕਾ ਭਾਈ, ਇੱਕ ਮਿੰਟ, ਤੇਰੇ 'ਚ ਐਡੀ ਗੈਰਤ ਹੈਗੀ ਨੇ ਤਾਂ ਆਪਣੇ ਭਰਾਵਾਂ ਦੇ ਗਿਰੇਬਾਨ ਫੜ ਕਿਉਂ ਵਿੱਚ ਲਿਆਣ ਡੇ ਹੋ? ਉਹ ਕਿਉਂ ਲਿਆਣ ਡੇ ਹੋ ਮੇਰੀ ਭੈਣ ਨੂੰ? ਉਹ ਦਲਿਆ ਓਏ, ਆਪਣੀ ਭੈਣ ਦਾ ਸੌਦਾ ਕਰਨ ਵਾਲਿਆ ਬਗੈਰਤਾ ਸ਼ੁਏਬ ਰਾਜਾ ਕਾਲਿਆ, ਕਮ ਅਜ਼ ਕਮ ਆਪਣੀ ਭੈਣ ਦਾ ਖਿਆਲ ਕਰ ਲੈ ਕਿ ਇੱਜ਼ਤ ਦਾ ਤੇਰੀ ਭੈਣ ਵਿਚਾਰੀ ਘਰ ਇੱਜ਼ਤ ਨਾਲ ਬੈਠੀ ਨੂੰ ਤੂੰ ਕੁੱਤੇ ਦੇ ਪੁੱਤਰਾ ਆਪਣੀ ਭੈਣ ਨੂੰ ਲੈ ਕੇ ਆ ਗਿਆ ਚੌਂਕ 'ਚ। ਉਹ ਬਗੈਰਤਾ ਕੁੱਤਿਆ ਲਾਂਤੀਆ ਹੈ। ਸਾਡੇ ਭਰਾ ਨੇ ਤਾਂ ਇੰਨਾ ਹੀ ਕਿਹਾ ਜਿਹਨੇ ਰਿਸ਼ਤਾ ਦੇ ਦੇ, ਉਹਨੇ ਤਾਂ ਤੇਰੀ ਭੈਣ ਦਾ ਜ਼ਿਕਰ ਹੀ ਨਹੀਂ ਕੀਤਾ। ਉਹ ਤੇਰੇ ਹੀ ਭਰਾ ਤੈਨੂੰ ਨੰਗਾ ਕਰਨ ਡੇ ਨੇ, ਉਹ ਤੈਨੂੰ ਕਹਿਣ ਡੇ ਨੇ ਸ਼ੁਏਬ ਰਾਜਾ ਦੀ ਭੈਣ ਦਾ ਰਿਸ਼ਤਾ ਮੰਗਿਆ। ਔਰ ਆ ਥੂ ਤੇਰੀ ਮਰਦਾਨਗੀ ਤੇ ਬਗੈਰਤਾ ਆਪਣੀ ਭੈਣ ਨੂੰ ਆਪਣੀ ਭੈਣ ਨੂੰ ਚੌਕ 'ਚ ਲੈ ਕੇ ਆਉਣ ਤੇਰੇ ਭਰਾ ਨੇ ਬਗੈਰਤਾ ਕਾਲੀ ਸ਼ਕਲ ਆ ਲਿਆ। ਉਹ ਥੋੜੀ ਜਿਹੀ ਗੈਰਤ ਰੱਖ ਕੰਜਰਾ, ਥੋੜੀ ਜਿਹੀ ਗੈਰਤ ਰੱਖ। ਮੁਨਾਫਿਕ ਕੌਮ ਹੈ, ਮੁਨਾਫਿਕ ਪਾਕਿਸਤਾਨੀ ਕੌਮ ਮੁਨਾਫਿਕ ਕੌਮ ਹੈ। ਉਹਨੇ ਦੱਸਿਆ ਹੀ ਡਾਕਟਰ ਅਸਰਾਰ ਨੇ ਸਭ ਤੋਂ ਵੱਡੀ ਮੁਨਾਫਿਕ ਕੌਮ ਹੈ। ਭਾਈ ਇਹ ਬਗੈਰਤ ਇਨਸਾਨ ਹੈ ਸ਼ੁਏਬ ਰਾਜਾ, ਐਸਾ ਕਮੀਨਾ। ਇਹਨੂੰ ਇੰਨਾ ਨਹੀਂ ਸ਼ਰਮ ਆਈ ਕਿ ਮੇਰੀ ਭੈਣ ਦੇ ਬਾਰੇ 'ਚ ਇਹ ਖਤਮੇ ਨਬੂਵਤ ਦੇ ਕੁੱਤੇ ਸਿਰਫ ਫਾਇਦਾ ਚੁੱਕਣ ਵਾਸਤੇ ਜਮਾਤ ਦੀ ਮੁਖਾਲਫਤ ਦੀ ਵਜ੍ਹਾ ਨਾਲ ਸਿਰਫ ਸ਼ੁਏਬ ਰਾਜਾ ਦੀ ਭੈਣ ਨੂੰ ਲੈ ਕੇ ਆਏ ਨੇ ਅੰਦਰ। ਉਹ ਬਗੈਰਤਾ ਕਾਲੀ ਸ਼ਕਲ ਆ ਲਿਆ ਬਗੈਰਤਾ। ਉਹ ਬਗੈਰਤਾ ਤੇਰੇ ਤੇ ਲਾਨਤ ਵੀ ਪਾਈ ਤੇ ਲਾਨਤ ਵੀ ਸ਼ਰਮਾ ਜਾਵੇ ਕਿ ਮੈਂ ਕਿਸ ਕਾਲੇ ਦੀ ਸ਼ਕਲ ਤੇ ਬੈਠਾ ਵਾਂ। ਲਾਨਤ ਭੈਣ ਨੂੰ ਨੰਗਾ ਕਰ ਛੜੇ ਚੌਕ 'ਚ ਕੁੱਤੇ ਦੇ ਪੁੱਤਰਾ। ਤੇਰੇ ਵਰਗਾ ਭਰਾ ਹੋਵੇ ਨਾ ਉਹਨੂੰ ਵੀ ਮਾਰ ਦੇਣਾ ਚਾਹੀਦਾ। ਪੁਰ ਕਰਨੀ ਸੀ ਕਰ ਛੜੀ, ਉਹਨਾਂ ਆਪਣੀ ਖਾਲੀ ਜਗ੍ਹਾ ਪੁਰ ਕਰਨੀ ਸੀ ਕਰ ਛੜੀ ਹੈ। ਬਸ ਕਰੋ ਚਲੋ। ਉਹ ਜਰਸੀ ਨੇ ਵਿੱਚ ਆਪਣੀ ਖਾਲੀ ਜਗ੍ਹਾ ਪੁਰ ਕਰ ਛੜੀ ਹੈ। ਬਸ ਕਰੋ। ਬਾਬਾ ਮੰਜੀ ਦਾ ਪਾਵਾ ਆਏ ਨੇ, ਕੁਝ ਕਹਿਣਾ ਚਾਹੁੰਦੇ ਨੇ? ਬਾਬਾ ਜੀ ਇੱਕ ਮਿੰਟ ਗੱਲ ਸੁਣੋ। ਔਰ ਕੋਈ ਜਵਾਬ ਨਹੀਂ ਨਿਕਲਿਆ ਉਸ ਗੱਲ ਦਾ ਕਿ ਜਦੋਂ ਕੋਈ ਉੱਥੇ ਗਲਤ ਹੁੰਦੀ ਹੈ ਤੇ ਸਾਰੇ ਮੌਲਵੀ ਰਲ ਜਾਂਦੇ ਨੇ। ਇਸ ਗੱਲ ਦਾ ਕੋਈ ਜਵਾਬ ਨਹੀਂ ਨਿਕਲਿਆ। ਫਿਰ ਕਹਿੰਦਾ और ऑस्ट्रेलिया च गल हुई है उसका फैसला वो बाद में हो सकता है, बाद में मेरी भैन भी निकल सकती। कि पता है ओपन आई नू ओपन आई कोई नहीं, ओपन आश है। ओपन आश कर जाके उन्होंने कोल अपने भाबियां सूरा कोल ये सारा दिन बकवास करदे ने जमात। ताहिर भाई इन्हां दी गल्लां च ना आया करो। ये लोकी सिर्फ चस्का लैन आंदे ने, ਇਹ ਸਿਰਫ ਜਮਾਤ ਦਾ ਨਾਮ ਬਦਨਾਮ ਕਰਨ ਵਾਸਤੇ ਆਂਦੇ ਨੇ। ਵਿੱਚ ਕੁਝ ਮੁਨਾਫਿਕ ਲੋਕ ਵੀ ਆਂਦੇ ਨੇ, ਉਹ ਤੁਹਾਨੂੰ ਪੰਪ ਕਰਦੇ ਨੇ, ਫਿਰ ਤੁਹਾਨੂੰ ਗੁੱਸਾ ਚੜਾਉਂਦੇ ਨੇ। ਤੁਸੀਂ ਸਾਡੇ ਭਾਈ ਹੋ, ਤੁਸੀਂ ਸਾਡੇ ਭਾਈ ਹੈਗੇ ਹੋ, ਠੀਕ ਹੈ ਨਾ? देखो इमरान से मैं एक दिन गया जिंदगी च एक बार एक ਗੱਲ ਹੈਗੀ ਕਿ ਭਾਈ ਮੈਨੂੰ ਤਾਂ ਕਹਿੰਦੇ एक मिनट ਨਹੀਂ ਕਿਆ ਕੁਛ ਕਿਹਾ ਹੋਣਾ। ਦੇਖੋ ਕੋਈ ਗੱਲ ਨਹੀਂ, ਹੋ ਜਾਂਦਾ ਭਰਾ ਨੇ ਆਪਣੇ ਆਪਸ 'ਚ। ਲੇਕਿਨ ਇਸ ਤਰ੍ਹਾਂ ਇਹ ਜਿਹੜੇ ਮੈਂ ਵੇਖਿਆ ਕੁਛ ਲੋਕੀ ਮੁਨਾਫਿਕ ਨੇ ਤੁਹਾਨੂੰ ਚੁੱਕਣ ਦੇ ਸਨ ਬਾਰ-ਬਾਰ। ਮੈਂ ਕਿਹਾ ਯਾਰ ਕਿਉਂ ਕਰਨ ਦੇ ਨੇ ਇੰਜ ਕਿ ਨਾ ਕਰੋ। ਆਹ ਮੇਰੀ ਗੱਲ ਸੁਣੋ। ਮਜ਼ਾ ਬੇਬਾ ਸਫੀਆ ਬੀਬੀ, ਮਜ਼ਾ ਤੈਨੂੰ ਵੀ ਬੇਬਾ ਹੁੰਦਾ। ਤੂੰ ਵੀ ਥੱਲੇ ਬਹਿ ਕੇ ਨਾ ਲਿਖਣੋਂ ਨਹੀਂ ਮੁੜਦੀ ਕੋਈ ਵੀ, ਕਿਉਂਕਿ ਤੇਰੀ ਵੀ ਦੁੰਬੀ 'ਚ ਦਾਣਾ ਪੈਣ ਵਾਲਾ ਆ। ਸਮਝ ਲੱਗੀ ਆ? ਇਹ ਨਾ ਜ਼ਿਹਨ 'ਚ ਰੱਖੀ ਕੋਈ ਕਿ ਤੂੰ ਬੜੀ ਚੰਗੀ ਏ। ਚੰਗੀ ਤੂੰ ਵੀ ਕੋ ਨਹੀਂ ਕੋਈ ਵੀ, ਤੂੰ ਵੀ ਇਹਨਾਂ ਦੀ ਬੇਗੀ ਏ। ਸਮਝ ਲੱਗੀ ਆ? ਤੇ ਚੱਲਣੀ ਨਾ ਇੱਥੇ ਬੇਗੀ ਹੈ ਤੇ ਨਾ ਇੱਥੇ ਦੁੱਕੀ ਤੇ ਨਾ ਇੱਥੇ ਤਿੱਕੀ। ਮੌਲਵੀ ਅਸਾਂ ਨੰਗੇ ਕਰ ਛੱਡਣੇ ਨੇ। ਆ ਗੱਲ ਮੇਰੀ ਯਾਦ ਰੱਖੀ। ਅਸਾਂ ਪਾਕਿਸਤਾਨ ਦੇ ਲੋਕਾਂ ਨੂੰ ਇਹ ਦੱਸ ਛੱਡਣਾ ਕਿ ਇਹਨਾਂ ਮੌਲਵੀਆਂ ਦੇ ਕੋਲੋਂ ਆਪਣੇ ਬੱਚੇ ਜਿਹੜੇ ਨੇ ਨਾ ਉਹ ਬਚਾ ਲਵੋ, ਨਹੀਂ ਤੇ ਇਹਨਾਂ ਨੇ ਤੁਹਾਡੇ ਬੱਚਿਆਂ ਦੀਆਂ ਚੀਥੜੇ ਅੜਾ ਦੇਣੇ ਨੇ। ਫੜ ਕੇ ਅੜਾ ਰਹੇ ਨੇ ਬਲਕਿ। ਅਕਾਬ ਭਾਈ ਮੈਂ ਉਹ ਓਪਨ ਆਈ ਦੀ ਬਰਾੜ ਤੇ ਗਿਆ ਤੇ ਉੱਥੇ ਨਾ 5-6 ਗੈਰ ਜਮਾਤ ਨੇ ਮੋਡਰੇਟਰ ਬਣਾਏ ਤੇ 1-2 ਐਮ ਦੀ। ਮੈਂ ਕਿਹਾ ਗੱਲ ਸੁਣ, ਜਿਹੜਾ ਬੰਦਾ 2 ਬੇੜੀਆਂ ਦੇ ਲੱਤਾਂ ਰੱਖਦਾ ਉਹ ਕਦੀ ਡੁੱਬਿਆ ਤਰਿਆ ਨਹੀਂ, ਉਹ ਡੁੱਬਦਾ ਵਾ। ਵੇ ਸਫੀਆ ਨੂੰ ਕਿਵੇਂ ਪਤਾ ਕਿ ਯੱਕ ਕੌਣ ਹੈ? ਸਫੀਆ ਇਹ ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਯੱਕਾਂ? ਕਿਉਂਕਿ ਤੇਰਾ ਯੱਕਾਂ ਦੇ ਨਾਲ ਵਾਹ ਰਿਹਾ ਹੈ। ਸਮਝ ਲੱਗੀ ਆ? ਕਾ ਭਾਈ ਇਸ ਔਰਤ ਦੇ ਬਾਰੇ ਜ਼ਿਕਰ ਨਾ ਕਰੋ, ਇਹ ਤਾਂ ਲੁੱਚੀ ਔਰਤ ਹੈਗੀ, ਇਹਨੂੰ ਦਫਾ ਕਰੋ। ਲੁੱਚੀ ਔਰਤ ਗਸ਼ਤੀਆਂ ਔਰਤਾਂ ਇੱਥੇ ਜਨਾਬ ਅਲੀ ਟਿਕਟੋਕ ਦੇ ਉੱਤੇ ਲੁੱਚੀ ਔਰਤ ਹੈਗੀ। ਤਾਂ ਇਹਦੇ ਤੇ ਬੰਦੇ ਨੇ ਮੂੰਹ ਨਾ ਖੜਾ ਆਪਣਾ। ਸਫੀਆ ਤੇਰੇ ਬੰਦੇ ਨੇ ਤੈਨੂੰ ਕਿਉਂ ਛੱਡਿਆ ਤੈਨੂੰ ਬਹੁਤਾ ਪਤਾ ਹੈ। ਪਤਾ ਨਾ ਇਸੇ ਵਜ੍ਹਾ ਤੋਂ ਤੈਨੂੰ ਜਮਾਤ ਨੇ ਵੀ ਕੱਢਿਆ। ਐਵੇਂ ਮੂੰਹ ਨਾ ਖੜਾ ਇੱਥੇ ਸਾਰਿਆਂ ਦਾ। ਜਿਹੜੀ ਥੋੜੀ ਬਹੁਤ ਤੇਰੀ ਇੱਜ਼ਤ ਹੈਗੀ ਹੈ ਨਾ ਉਹਨੂੰ ਕਾਇਮ ਰੱਖ ਲੈ। ਦਫਾ ਹੋ ਗਈ ਹੈ ਸਾਡੀ ਜਮਾਤ ਚੋਂ ਤੇ ਉੱਥੇ ਜਾ ਕੇ ਆਪਣੇ ਮੌਲਵੀਆਂ ਦੇ ਨਾਲ ਜਾ ਕੇ ਯਾਸ਼ੀ ਮਾਰ। ਸਾਡੀ ਕੋਈ ਨਹੀਂ, ਕੋਈ ਵੀ ਇਹਨਾਂ ਦੀ ਹੋਈ ਹੈ। ਸਾਡੀ ਤੂੰ ਕੁਛ ਵੀ ਨਹੀਂ ਹੈਗੀ। ਲੋਕੀ ਇਹਨੂੰ ਕਹਿੰਦੇ ਨੇ ਬਾਜੀ ਬਾਜੀ। ਮੈਂ ਕਹਿੰਦਾ ਬਾਜੀ ਲੋਕ ਨੇ। ਇਹ ਮੈਨੂੰ ਤੇ ਆਂਦੀ ਏ ਇਹਨਾਂ
ਸ਼ੁਏਬ ਰਾਜਾ ਦੇ ਉੱਤੇ ਬਗੈਰਤ ਇਨਸਾਨ ਨੂੰ ਇੰਨੀ ਸ਼ਰਮ ਨਹੀਂ ਆਈ ਕਿ ਤੇਰੇ ਭਰਾ ਤੇਰੀ ਭੈਣ ਨੂੰ ਚੌਕ 'ਚ ਖੜਾ ਕਰਕੇ ਇੰਜੋਏ ਕਰ ਰਹੇ ਨੇ। ਅਗਰ ਸ਼ੁਏਬ ਰਾਜਾ ਤੂੰ ਮੇਰੀ ਗੱਲ ਸੁਣਨ ਡਿਆ ਨਾ, ਅਗਰ ਤੂੰ ਆਪਣੇ ਇੱਕ ਪਿਓ ਦੀ ਔਲਾਦ ਹੈ ਨਾ, ਤੇ ਇਹਨਾਂ ਦੇ ਮੂੰਹ ਤੇ ਚਪੇੜ ਮਾਰ ਕੇ ਇਹਨਾਂ ਨੂੰ ਕਹਿ, ਕੰਜਰੋ ਤੁਸੀਂ ਮੇਰੀ ਭੈਣ ਨੂੰ ਕਿਉਂ ਚੌਕ 'ਚ ਲਿਆਂਦਾ, ਕਿਉਂ ਲਿਆਂਦਾ ਮੇਰੀ ਭੈਣ ਨੂੰ ਚੌਕ 'ਚ? ਸ਼ੁਏਬ ਰਾਜਾ ਤੂੰ ਕਹਿਣਾ, ਅਗਰ ਤੂੰ ਇੱਕ ਪਿਓ ਦੀ ਔਲਾਦ ਹੈ, ਥੱਲੇ ਜਿਹੜੇ ਬੈਠੇ ਰਿਕਾਰਡ ਕਰ ਲੈ, ਸ਼ੁਏਬ ਰਾਜਾ ਅਗਰ ਤੂੰ ਇੱਕ ਪਿਓ ਦੀ ਔਲਾਦ ਹੈ, ਉਹ ਆਪ ਹਰਾਮ ਇਹਨਾਂ ਦੇ ਭਰਾ ਬੈਠੇ ਨੇ ਨਾ, ਦੂਜੇ ਭਰਾ ਵੀ ਬੈਠੇ ਨੇ ਇਹਨਾਂ ਦੇ। ਸ਼ੁਏਬ ਰਾਜਾ ਅਗਰ ਤੂੰ ਇੱਕ ਪਿਓ ਦੀ ਔਲਾਦ ਹੈ, ਤੂੰ ਆਪਣੇ ਭਰਾਵਾਂ ਦੇ ਗਿਰੇਬਾਨ ਫੜ ਕੇ ਕਹਿ ਕਿ ਤੂੰ ਹਾਂ ਮੇਰੀ ਭੈਣ ਦਾ ਨਾਂ ਕਿਉਂ ਲਿਆ? ਉਹਨੇ ਤੇ ਮੇਰੀ ਭੈਣ ਦਾ ਨਾਂ ਹੀ ਨਹੀਂ ਲਿਆ, ਉਹਨੇ ਤਾਂ ਕਿਹਾ ਸੀ ਤੂੰ ਰਿਸ਼ਤਾ ਦੇਣਾ, ਤੂੰ ਕਹਿ ਮੇਰੀ ਭੈਣ ਦਾ ਨਾਂ ਕਿਉਂ ਲਿਆ ਤੁਸੀਂ? ਅਗਰ ਤੂੰ ਇੱਕ ਪਿਓ ਦੀ ਔਲਾਦ ਹੈ, ਇੱਕ ਪਿਓ ਦੀ, ਠੀਕ ਹੈ ਨਾ? ਹਰਾਮ ਦਾ ਯਾਰ, ਤੈਨੂੰ ਪਤਾ ਹੀ ਨਹੀਂ ਹੈ ਉਹ ਹਰਾਮ ਦਾ ਆਪ ਹਰਾਮ ਦਾ। ਮੈਂ ਤੇ ਮਿਲੋ ਤੇ ਮੈਨੂੰ ਪਤਾ ਹੀ ਹੈ ਹਰਾਮ ਦਾ ਹੀ ਹੈ। ਚਲੋ ਅਸੀਂ ਥੋੜੀ ਜਿਹੀ ਅਗਰ ਪਿਓ ਦੀ ਔਲਾਦ ਹੋਏਗਾ ਤਾਂ ਆਪਣੇ ਭਰਾਵਾਂ ਦੇ ਗਿਰੇਬਾਨ ਫੜੇਗਾ। ਅਗਰ ਇਹਨੇ ਟੈਸਟ ਕਰਾ ਲੈ, ਬੇਸ਼ੱਕ ਆਪਣੇ ਅੱਬੇ ਨੂੰ ਨਾਲ ਲੈ ਜੇ ਹਸਪਤਾਲ ਦੇ ਵਿੱਚ, ਜੇ ਆਪਣੇ ਅੱਬੇ ਦਾ ਨਿਕਲ ਆਇਆ ਤੇ ਗੱਲ ਕਰੀ। अस्सलाम वालेकुम वे जवानों, दिल खुश कर दिता जे, दिल खुश कर दिता यावर खंजीर उल्लू दे पट्ठे नु अज तो हमारा दिल खुश कर दिता। तगड़े हो जवानों। अच्छा जी, हाँ जी, क्योंकि बड़ा उल्लू दा पट्ठा है जेड़ा अमर खंजीर है, मैं सुनना बहुत। अच्छा आज तो दिल खुश कर दिया ਤਾਰ ਭਾਈ ਉੱਥੇ ਬਹਿ ਕੇ ਉਹ ਖੰਜ਼ੀਰ ਆਪਣੀ ਬਰਾੜ ਦੇ ਉੱਤੇ ਉਧਰ ਕਾਲਾ ਵੀ ਬੈਠਾ ਹੈ, ਕਾਲਾ ਰਾਜਾ। ਇਹ ਲਾਂਤੀ ਧਾੜੀਆਂ ਸਾਰੀਆਂ ਗੱਲਾਂ ਸੁਣ ਕੇ ਤੇ ਉੱਤੇ ਹੱਸਣ ਦੇ ਕੀ ਬਾਤ ਹੈ। ਉਹ ਕਾਲਿਆ ਛੱਕੇ ਨੇ ਮੈਂ ਇਹਨਾਂ ਨੂੰ ਦੱਸਿਆ ਕਿ ਛੱਕੇ ਨੇ, ਟਿਕਟੋਕ ਦੇ ਛੱਕੇ ਨੇ। ਅਮਰ ਖੰਜ਼ੀਰ ਤੂੰ ਵੱਡਾ ਛੱਕਾ ਕੋਈ ਨਹੀਂ ਹੈਗਾ, ਜਿਹੜਾ ਕਹਿੰਦਾ ਸੀ ਆਪਣੇ ਮੁਬਾਰਕ ਭਾਈ ਇਟਲੀ ਚ ਆਏ, ਫੋਨ ਕੀਤਾ ਅਮਰ ਖੰਜ਼ੀਰ ਮੈਂ ਇੱਥੇ ਆ, ਉੱਥੇ ਪਹੁੰਚੇ ਮੁਬਾਰਕ ਭਾਈ, ਮੈਂ ਇੱਥੋਂ ਨਿਕਲ ਕੇ ਹੁਣੀ 5 ਮਿੰਟ ਚ ਉੱਥੋਂ ਦੌੜ ਗਿਆ, ਆਇਆ ਨਹੀਂ ਉੱਥੇ ਤੱਕ ਫਿਰ ਮਿਲਣ। ਫਿਰ ਜਿਸ ਦਿਨ ਪਾਕਿਸਤਾਨ ਦਾ ਕਾਨੂੰਨ ਚੇਂਜ ਹੋਣ ਲੱਗਾ ਨਾ, ਪਾਕਿਸਤਾਨ ਦਾ ਕਾਨੂੰਨ ਚੇਂਜ ਹੋਣ ਲੱਗਾ। ਗੱਲ ਸੁਣੋ ਉਕਾਬ ਭਾਈ ਫਿਰ ਬਾਟ ਸਾਹਿਬ ਨੇ ਇਹਨੂੰ ਕਿਹਾ ਕਿ ਤੂੰ ਆਪਣਾ ਮੂੰਹ ਲੈ ਕੇ ਜਰਮਨੀ ਆ, ਤੇਰੇ ਮੂੰਹ ਤੇ 1000 ਯੂਰੋ ਦੇ ਸਿੱਕੇ ਮਾਰਾਂਗਾ ਮੈਂ। ਤੇ ਉੱਥੋਂ ਵੀ ਦੁੱਬਰ ਦਬਾ ਕੇ ਨੱਸ ਗਿਆ। ਫਿਰ ਸਾਡਾ ਭਰਾ ਖਲੋਤਾ ਜੱਟ ਜਿਹੜਾ ਹੈਗਾ, ਠੀਕ ਹੈ ਮੁਦੱਸਰ ਭਾਈ, ਉਹਨੇ ਕਿਹਾ ਮੈਂ ਤੈਨੂੰ ਨਕਦ 1 ਕਰੋੜ ਰੁਪਇਆ ਦਵਾਂਗਾ, ਤੂੰ ਜਰਮਨੀ ਆ। ਕਹਿੰਦਾ ਤੂੰ ਦੱਸ। ਇਹਨੇ ਕਿਹਾ ਕਿ ਤੂੰ ਇਟਲੀ ਆਵਾਂਗਾ, ਕਹਿੰਦਾ ਤੂੰ ਅਸੀਂ ਇਟਲੀ ਜਾਣਾ, ਮਿਲ ਕੇ ਆਉਣਾ ਇਹਨੂੰ। ਤੂੰ ਨਾ ਕਹਿੰਦਾ ਤੂੰ ਨਾ ਇਟਲੀ ਚ ਆ ਤੇ ਉੱਥੋਂ ਮੋਟਰਵੇ ਤੋਂ ਥੱਲੇ ਉਤਰੇਗਾ ਤੇ ਨਾਲ ਹੀ ਉੱਥੇ ਮਸਜਿਦ ਹੈਗੀ, ਉੱਥੇ ਆ ਜਾਈਂ। ਜਾ ਉੱਥੇ ਕਹਿੰਦਾ ਉੱਥੇ ਆ ਜਾਏ ਤਾਂ ਉੱਥੇ ਮੈਂ ਬੰਦਾ ਭੇਜ ਦੇਣਾ। ਜਾ ਖੁਸਰਿਆ ਜਿਹਾ ਓਏ ਆਮਰ ਖੰਜ਼ੀਰ ਮੁਖੰਨਸ, ਤੇਰੇ ਵਰਗਾ ਖੁਸਰਾ ਮੈਂ ਦੁਨੀਆ 'ਚ ਨਹੀਂ ਵੇਖਿਆ। ਤੂੰ ਜਿੱਡਾ ਵੱਡਾ ਖੁਸਰਾ ਹੈ ਨਾ, ਤੁਹਾਨੂੰ ਅਸੀਂ ਨਾ ਜ਼ਲੀਲ ਕਰਨ ਵਾਸਤੇ ਪੈਦਾ ਹੁੰਦੇ ਤੇ ਸਾਡੀ ਜਗ੍ਹਾ ਤੇ ਕਿਸੇ ਰੱਬ ਨੇ ਕਿਸੇ ਹੋਰ ਨੂੰ ਕਰ ਦੇਣਾ ਸੀ ਪੈਦਾ। ਕਾਲਾ ਰਾਜਾ ਉਹਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਉਹਨੂੰ ਚਾਹੀਦਾ ਕਿ ਆਪਣੇ ਭਰਾਵਾਂ ਦੇ ਗਿਰੇਬਾਨ ਫੜੋ। ਆਮਰ ਭੈਣ ਹੱਕ ਜਿਹੜਾ ਹੈਗਾ ਆਪਣੀ, ਠੀਕ ਹੈ ਨਾ, ਗੋਲੀ ਖਾਈ ਬਾਤ। ਭਾਈ 1 ਮਿੰਟ ਓਪਨ ਹੀ ਆਇਆ, ਉਹਨੇ ਕਾਲ ਪਾਈ ਸੀ, ਫਿਰ ਇਹਦੀ ਗੱਲ ਪਹਿਲਾਂ ਸੁਣ ਲਓ ਵੀ ਗੱਲ ਕੀ ਕਹਿਣਾ ਚਾਹੁੰਦੇ। ਕੀ ਓਪਨ ਆਈ ਭਾਈ ਮੈਨੂੰ ਆ ਕਿ ਖੱਚ ਨਾ ਮਾਰੇ ਮੇਰੇ ਸਾਹਮਣੇ, ਖੱਚ ਮਾਰੀ ਕੀ ਸੁਣੇਗਾ? ਉਹਨਾਂ ਸਿਗਨਲ ਹੀ ਨਹੀਂ ਪੂਰੇ ਹੋਣ ਦੇ। ਦੇਖੋ ਭਲੇ ਮਾਨਸ ਬੰਦਿਆਂ ਨੂੰ ਗਰਮ ਕਰਨ ਦੇ ਨੇ। ਉਹ ਲੂਦੇ ਥੱਲੇ ਹਾਜੀ ਸਾਹਿਬ ਵੀ ਆ ਗਏ ਨੇ, ਇਹਨਾਂ ਦੇ ਵੱਡੇ ਹਾਜੀ ਸਾਹਿਬ, ਇਹਨਾਂ ਦੇ ਸਿੱਧੂ ਜੱਟ ਹਾਜੀ ਸਾਹਿਬ ਆ ਗਏ ਨੇ। ਗਾਲੀ ਬਾਤ ਚੋਰ ਕਹਿ ਰਿਹਾ ਹੈ। ਅੱਛਾ ਇਹਦਾ ਵੀ ਨਹੀਂ ਪਤਾ ਲੱਗਾ ਇਹਦਾ ਅਸਲ ਪਿਓ ਕਿਹੜਾ, ਭਾਬੀ ਹੈ, ਸੁੰਨੀ ਹੈ, ਦਿਓਬੰਦੀ, ਅਹਿਮਦੀ ਨਹੀਂ ਪਤਾ ਲੱਗਾ ਇਹਨੂੰ। ਬੜਾ ਲੱਭਿਆ ਨੇ, ਬੜੀ ਕੋਸ਼ਿਸ਼ ਕੀਤੀ, ਫਿਰ ਮਾਂ ਨੂੰ ਮਾਰੇ ਉਹ ਛਿੱਤਰ, ਫਿਰ ਮਾਂ ਨੂੰ ਛਿੱਤਰ ਮਾਰੇ ਸੂ, ਛਿੱਤਰ ਮਾਰੇ ਸੂ ਕਿ ਕਿਹੜੇ ਬੰਦੇ ਦਾ ਮੈਂ ਮੈਨੂੰ ਦੱਸਣ, ਮੇਰੇ ਪਿਓ ਦਾ ਨਾਂ ਤੇ ਦੱਸਣ ਕੰਜਰਾ ਉਹ ਮਰ ਗਿਆ। ਕਦੀ ਇਹ ਜੱਟ ਬਣ ਜਾਂਦਾ ਤੇ ਕਦੀ ਸਿੱਧੂ ਬਣ ਜਾਂਦਾ ਤੇ ਕਦੀ ਬੱਟ ਬਣ ਜਾਂਦਾ। ਇਹ ਬੜਾ ਕੁਝ ਬਣਦਾ, ਇਹਦੇ ਪਿਓ ਕੋਈ ਨਹੀਂ। ਉਹ ਅਹਿਮਦ ਖੰਜ਼ੀਰ ਆਂਦਾ ਸੀ, ਜਿਹੜੇ ਅਹਿਮ ਦੀ ਜਮਾਤ ਤੇ ਛੱਡ ਕੇ ਲੋਕੀ ਸਾਡੇ ਵੱਲ ਆਉਂਦੇ ਨੇ, ਉਹਨਾਂ ਦੀ ਹਸਪੀਟਲ ਸਕੂਲ ਬਣਾਣੇ ਨੇ, ਪੈਸੇ ਦਿਓ। ਇਹ ਹਰਾਮ ਜ਼ਾਦਾ ਹੈ।
ਇਹਨਾਂ ਹਸਪਤਾਲ ਉਹ ਜਿਹੜਾ ਪਿੱਛੇ ਉਹਨੇ ਕੇਸ ਉਹ ਕਹਿੰਦਾ ਮੈਂ ਪੈਸੇ ਕਢਾਏ ਨੇ, ਉਹ ਖੋਤੀ ਦੇ ਬੱਚਾ ਪੈਸੇ ਫਰਜ਼ ਕੀਤਾ ਮੈਂ ਭੇਜੇ ਨੇ ਤੇ ਪੈਸੇ ਮੈਂ ਹੀ ਵਾਪਸ ਮੰਗਵਾ ਸਕਦਾ ਨਾ ਕਿ ਬਾਈ ਮੈਂ ਕੰਪਲੇਨ ਕਰਾਂਗਾ। ਝੂਠ ਇੰਨਾ ਬੋਲਦਾ, ਇੰਨਾ ਝੂਠ ਸਿੱਧੂ ਨੂੰ ਬੱਟ ਕਹੋ ਨਾ, ਸਿੱਧੂ ਨੂੰ ਬੱਟ ਕਹੋ, ਇੰਨੀਆਂ ਗੰਦੀਆਂ ਗਾਲਾਂ ਕੱਢਦਾ ਹੈ ਤੇ ਪਤਾ ਨਹੀਂ ਇਹਨੂੰ ਕਿਉਂ ਬੱਟ ਤੋਂ ਇੰਨੀ ਐਲਰਜੀ ਹੈ। ਹਾਲਾਂਕਿ ਹਿਸਾਬ ਲਾ ਲਾ ਬੱਟ ਤੋਂ ਐਲਰਜੀ ਤਾਂ ਹੀ ਹੈ ਨਾ। ਇਹ ਹਰਾਮ ਦਾ ਸਾਰੀ ਉਮਰ ਮੌਲਵੀਆਂ ਦੇ ਥੱਲੇ ਰਿਹਾ, ਇਹਨੂੰ ਬਗੈਰ ਗੱਲ ਹੈਗੀ ਹੈ ਕਿ ਸਿੱਧੂ ਜਿਹੜਾ ਨਾ ਛੱਡੋ ਇਹਨੂੰ ਦਫਾ ਕਰੋ, ਜਿਹੜਾ ਸ਼ੁਏਬ ਰਾਜਾ ਨਾ ਉਹਨੂੰ ਗੈਰਤ ਦਵਾਓ ਸਾਰੇ ਭਰਾ ਰਲ ਕੇ। ਉਹ ਬਗੈਰ ਤਾਂ ਤੇਰੀ ਭੈਣ ਨੂੰ ਚੌਕ 'ਚ ਤੇਰੇ ਹੀ ਭਰਾ ਲੈ ਕੇ ਆਏ ਨੇ ਤੇ ਆਪਣੇ ਭਰਾਵਾਂ ਦਾ ਗਿਰੇਬਾਨ ਫੜ ਕੇ ਕਹੇ ਉਹ ਕੰਜਰੋ ਉਹ ਮੇਰੀ ਭੈਣ ਦਾ ਕੀ ਕਸੂਰ ਸੀ ਜਿਹੜਾ ਤੁਸੀਂ ਮੇਰੀ ਭੈਣ ਨੂੰ ਚੌਕ 'ਚ ਲਾਏ। ਇਹ ਤਾਰ ਸਾਹਿਬ ਵੇਚਣ ਆਲੂ ਆਏ ਹਨ ਤੇ ਵਿਕਦੇ ਗੰਢੇ ਨੇ ਪਏ। ਤਾਰ ਸਾਹਿਬ ਗੱਲ ਵੇਚਣ ਤੁਸੀਂ ਆਲੂ ਆਏ ਹੋ ਮੰਡੀ ਦੇ ਵਿੱਚ ਤੇ ਵਿਕਦੇ ਗੰਢੇ ਨੇ ਪਏ। ਗੱਲ ਕਹਿੰਦੇ ਨੇ ਕਹਿੰਦਾ ਦੇਖੋ ਸਾਡੇ ਭਰਾ ਨੇ ਤੇ ਇੰਨਾ ਹੀ ਕਿਹਾ ਰਿਸ਼ਤਾ ਦੇਣਾ। ਉਹ ਬਗੈਰ ਤਾਂ ਕਾਲੇ ਰਾਜਿਆ ਕਮ ਅਸ ਕਮ ਤੇਰੇ ਚ ਅਗਰ ਗੈਰਤ ਆਵੇ ਤੇ ਉਹਨੇ ਭਰਾਵਾਂ ਦਾ ਗਿਰੇਬਾਨ ਫੜ ਕਿ ਪੁੱਛ ਉਹ ਬਗੈਰ ਤੋਂ ਮੇਰੀ ਭੈਣ ਦਾ ਜ਼ਿਕਰ ਕਿਉਂ ਕਰਨ ਦੇ ਹੋ। ਉਹਨੇ ਤੇ ਮੇਰੀ ਭੈਣ ਦਾ ਜ਼ਿਕਰ ਵੀ ਨਹੀਂ ਕੀਤਾ। ਉਹ ਬਗੈਰ ਤਾਂ ਉਹ ਡੁੱਬ ਕੇ ਮਰ ਜਾ, ਓਏ ਡੁੱਬ ਕੇ ਮਰ ਜਾ ਉਹ ਕਾਲਾ ਰਾਜਾ। ਉਹ ਯਾਰ ਤੁਸੀਂ ਗਰਮ ਹੋਏ ਹੋ ਤੇ ਥੋੜਾ ਜਿਹਾ ਡੱਡੂ ਨੂੰ ਵੀ ਰਗੜੋ। ਤਾਰ ਸਾਹਿਬ ਫੋਟੋ ਚੇਂਜ ਕਰਨ ਲੱਗੇ ਲੱਗੇ ਨੇ ਫੋਟੋ ਚੇਂਜ। ਨਹੀਂ ਉਹਨੂੰ ਛੱਡ ਦਵੋ, ਉਹਨੂੰ ਛੱਡ ਦੋ ਨਾਸਰ ਭਾਈ, ਉਹਦਾ ਕੋਈ ਫਾਇਦਾ ਨਹੀਂ। ਸ਼ਾਹ ਡੱਡੂ ਦਾ ਕੋਈ ਫਾਇਦਾ ਨਹੀਂ। ਅਸੀਂ ਕਾਲੇ ਕਾਲਾ ਰਾਜਾ ਗੱਦਾ ਡੱਡੂ ਕਾਲਾ ਰਾਜਾ ਜਿਹੜਾ ਨਾ ਕਾਲਾ ਰਾਜਾ ਨੂੰ ਗੈਰਤ ਦਵਾ ਰਹੇ ਆ ਕਿ ਬਗੈਰ ਤਾਂ ਤੇਰੀ ਭੈਣ ਦਾ ਜ਼ਿਕਰ ਤੇਰੇ ਭਰਾਵਾਂ ਨੇ ਕੀਤਾ। ਉਹ ਸਾਡੇ ਭਰਾ ਨੇ ਤਾਂ ਸਿਰਫ ਇੰਨਾ ਹੀ ਕਿਹਾ ਸੀ ਰਿਸ਼ਤਾ ਦੇਣਾ ਹੀ ਤੇ ਆਪਣੇ ਭਰਾਵਾਂ ਦਾ ਗਿਰੇਬਾਨ ਫੜ ਕੇ ਪੁੱਛ ਬਗੈਰ ਤੋਂ ਉਹ ਮੇਰੀ ਭੈਣ ਨੂੰ ਚੌਕ 'ਚ ਕਿਉਂ ਲੈ ਕੇ ਆਏ ਹੋ ਕੁੱਤੇ ਦੇ ਪੁੱਤਰੋ। ਪੁੱਛ ਉਹਦੇ ਕੋਲ ਓਏ ਸ਼ੁਏਬ ਰਾਜਾ ਉਹ ਸਸੂਰ ਕੋਲ ਪੁੱਛ। ਓਏ ਕੁੱਤੇ ਦੇ ਪੁੱਤਰ ਨਹੀਂ, ਕੁੱਤੇ ਦੇ ਵਫਾਦਾਰ ਹੁੰਦੇ ਨੇ ਭੈਣ ਚੋਦ ਖਨਜ਼ੀਰ ਦੇ ਪੁੱਤਰ ਨੇ ਸਾਰੇ। ਨਹੀਂ ਗੱਲ ਨਹੀਂ ਕਰਨੀ ਨਾਸਰ ਭਾਈ, ਗੱਲ ਨਹੀਂ ਕਰਨੀ। ਇਸ ਤਰ੍ਹਾਂ ਇਹ ਕਿ ਇਹਨੂੰ ਗੈਰਤ ਦਮਾਣੀ ਹੈ ਕਿ ਆਪਣੇ ਭਰਾਵਾਂ ਦੇ ਗਿਰੇਬਾਨ ਫੜੇ। ਉਹ ਸ਼ੁਏਬ ਕਾਲਾ ਰਾਜਾ, ਉਹ ਸ਼ੁਏਬ ਕਾਲਾ ਰਾਜਾ ਤੈਨੂੰ ਆਪਣੀ ਮਾਂ ਦਾ ਵਾਸਤਾ ਹੀ ਆਹੇ ਸ਼ੁਏਬ ਰਾਜਾ ਤੈਨੂੰ ਆਪਣੇ ਪਿਓ ਤੈਨੂੰ ਆਪਣੀ ਉਸ ਮਾਂ ਦਾ ਵਾਸਤਾ ਹੀ ਜਿਹਨੇ ਤੈਨੂੰ 9 ਮਹੀਨੇ ਆਪਣੇ ਢਿੱਡ 'ਚ ਰੱਖਿਆ ਸੀ ਤੇ 9 ਮਹੀਨੇ ਬਾਅਦ ਜੰਮ ਕੇ ਤੇ ਰੱਖ ਸੁੱਟ ਦਿੱਤਾ ਸੀ ਕਿ ਉਹਨੇ ਕਿਹਾ ਮੇਰੀ ਆਪਣੀ ਭੈਣ ਦਾ ਉਹ ਮੁਹਾਫਜ਼ ਆਇਆ ਏ। ਉਹ ਬਗੈਰ ਤਾਂ ਉਸ ਭੈਣ ਦਾ ਮੁਹਾਫਜ਼ ਬਣ ਤੇ ਆਪਣੇ ਭਰਾਵਾਂ ਦਾ ਗਿਰੇਬਾਨ ਫਾੜ ਕੇ ਕੁੱਤੇ ਦੇ ਪੁੱਤਰੋ ਮੇਰੀ ਭੈਣ ਦਾ ਜ਼ਿਕਰ ਕਿਉਂ ਕਰਨ ਦੇ ਹੋ। ਉਹ ਕਿਉਂ ਕਰਨ ਦੇ ਹੋ ਮੇਰੀ ਭੈਣ ਦਾ ਜ਼ਿਕਰ। ਉਹ ਮੇਰੀ ਭੈਣ ਦਾ ਜ਼ਿਕਰ ਹੀ ਨਹੀਂ ਕੀਤਾ। ਤੈਨੂੰ ਆਖਿਆ ਹਰਾਮ ਦਾ ਤੂੰ ਬਗੈਰ ਤਾਂ ਕਮ ਅਸ ਕਮ ਆਪਣੀ ਮਾਂ ਦਾ ਲਾਜ ਰੱਖ ਲੈ। ਆਪਣੀ ਮਾਂ ਦਾ ਲਾਜ ਰੱਖ ਲੈ ਜਿਹਨੇ ਤੈਨੂੰ 9 ਮਹੀਨੇ ਢਿੱਡ 'ਚ ਜੰਮਿਆ ਸੀ। ਉਹਨੇ ਕਿਹਾ ਸੀ ਇਹ ਪੈਦਾ ਹੋਏਗਾ ਤੇ ਆਪਣੀ ਭੈਣ ਦਾ ਮੁਹਾਫਜ਼ ਹੋਏਗਾ। ਉਹ ਬਗੈਰ ਤਾਂ ਆਪਣੀ ਭੈਣ ਦਾ ਮੁਹਾਫਜ਼ ਬਣ, ਦੱਲਾ ਨਾ ਬਣ। ਇਹਨਾਂ ਕਿਸੇ ਹੋਰ ਬੰਦੇ ਜਿਵੇਂ ਤੇ ਕਿਸੇ ਹੋਰ ਬੰਦੇ ਜਿਵੇਂ ਇਹਨਾਂ ਦੇ ਕੰਜਰਾਂ ਦੇ ਪਿੱਛੇ ਲੱਗ ਕੇ ਇਹਨਾਂ ਕੰਜਰਾਂ ਦੇ ਫਾਈਟਰ ਮੇਰੀ ਗੱਲ ਸੁਣ ਲੈ। ਇਹਦੀ ਭੈਣ ਵਾਲੀ ਰੱਬਾ ਸੀ ਤੇ ਇਹਦੇ ਵਾਲੀ ਹੋਰ ਸੀ ਜਿਹਦੀ ਵਜ੍ਹਾ ਤੋਂ ਇਹਦੀ ਭੈਣ ਨਹੀਂ ਹੈ। ਉਕਾਬ ਭਾਈ ਇੱਕ ਮਿੰਟ ਉਕਾਬ ਭਾਈ, ਗੱਲ ਇਹ ਕਿ ਉਸ ਭੈਣ ਦਾ ਮੁਹਾਫਜ਼ ਬਣ ਜਿੰਨੇ ਆਪਣੇ ਭਰਾ ਦੇ ਉੱਤੇ ਫਖਰ ਕੀਤਾ ਹੋਣਾ ਕਿ ਇਹ ਮੇਰਾ ਮੁਹਾਫਜ਼ ਹੈ। ਉਹ ਕੰਜਰਾ ਬਗੈਰ ਤਾਂ ਆਪਣੇ ਭਰਾ ਇਹਨਾਂ ਦਾ ਜਿਹੜੇ ਹੈਗੇ ਨੇ ਖਤਮੇ ਨਬੂਵਤ ਦੇ ਮੁਜਾਹਿਦ ਉਹਨਾਂ ਦੇ ਗਿਰੇਬਾਨ ਫੜ ਉਹ ਡੁੱਬ ਕੇ ਮਰ ਜਾ ਲਾਂਤੀਆ। ਆ ਥੂ ਤੇਰੀ ਜ਼ਿੰਦਗੀ ਦਾ ਬਗੈਰ ਤਾਂ ਆਪਣੀ ਭੈਣ ਨਹੀਂ ਚੌਕ ਤੇ ਲਾਇਆ। ਉਹ ਬਗੈਰ ਤਾਂ ਭਰਾ ਤੇ ਭੈਣਾਂ ਦਾ ਮਾਣ ਹੁੰਦੇ ਨੇ। ਬਗੈਰ ਤਾਂ ਉਹ ਕਾਲਿਆ ਤੇਰੇ ਉੱਤੇ ਅੱਗੇ ਕਾਲੀ ਸ਼ਕਲ ਏ। ਕਮ ਅਜ਼ ਕਮ ਕਾਲੀ ਸ਼ਕਲ ਦਾ ਹੀ ਖਿਆਲ ਕਰਕੇ ਆਪਣੀ ਭੈਣ ਦਾ ਮੁਹਾਫਜ਼ ਬਣ ਜਾ। ਇਸ ਤੋਂ ਪਹਿਲਾਂ ਕਿ ਦਾ ਮੁਹਾਫਜ਼ ਬਣ ਔਰ ਇਹਨਾਂ 72 ਜਹੰਨਮੀਆਂ ਨੂੰ ਫੜ ਕੇ ਪੁੱਛ ਕੇ ਕੁੱਤੇ ਦੇ ਪੁੱਤਰੋ ਮੇਰੀ ਭੈਣ ਨੂੰ ਕਿਉਂ ਰਗੜਨ ਦੇ ਹੋ। ਉਹਨੇ ਤੇ ਜ਼ਿਕਰ ਹੀ ਨਹੀਂ ਕੀਤਾ, ਤੁਸੀਂ ਮੇਰੀ ਭੈਣ ਨੂੰ ਰਗੜਨ ਦੇ ਹੋ। ਉਹ ਕਾਲਿਆ ਰਾਜਿਆ ਕਰਨੀ ਸੀ ਉਹਨਾਂ ਨੇ ਜ਼ੀਰੋ ਪੂਰੀ ਕਰ ਦਿੱਤੀ ਹੈ। ਜ਼ੀਰੋ ਦਾ ਸਾਰਾ ਕਮਾਲ ਹੈ ਵਿੱਚ, ਸਿੱਧੀ ਤੇ ਸਾਫ਼ ਗੱਲ ਹੈ। ਵੇਖੋ ਸ਼ਰੀਫ ਬੰਦਿਆਂ ਨੂੰ ਸ਼ਰੀਫ ਬੰਦਿਆਂ ਦਾ
ਇਹਨਾਂ ਸਬਰ ਗੱਲ ਤੋਂ ਹੈਗੀ ਹੈ ਗੱਲ ਹੈਗੀ ਹੈ ਦੇਖੋ ਸ਼ੇਵ ਰਾਜੇ ਨੂੰ ਸ਼ਰਮ ਕਰਨੀ ਚਾਹੀਦੀ ਉਸ ਭੈਣ ਦਾ ਰਖਵਾਲਾ ਬਣੇ ਬਲਕਿ ਉਸ ਦਾ ਦੱਲਾ ਬਣ ਗਿਆ ਆਪਣੇ ਭਰਾਵਾਂ ਦੇ ਪਿੱਛੇ ਲੱਗ ਕੇ ਕਿ ਯਾਰ ਤੂੰ ਤੇਰੇ ਤੇ ਅਸੀਂ ਇਹ ਗੱਲ ਪਾਵਾਂਗੇ ਤਾਂ ਤੂੰ ਕੁਛ ਚੁੱਪ ਰਵੀਂ ਉਹ ਬਗੈਰਤਾ ਕਾਲਿਆ ਰਾਜਿਆ ਕਮ ਅਜ਼ ਕਮ ਆਪਣੀ ਭੈਣ ਦਾ ਖਿਆਲ ਕਰ ਲੈ ਕਮ ਅਜ਼ ਕਮ ਆਪਣੀ ਭੈਣ ਦਾ ਖਿਆਲ ਕਰ ਲੈ ਜਿਹਨੇ ਤੇਰੇ ਤੇ ਮਾਣ ਰੱਖਿਆ ਕਿ ਮੇਰਾ ਮੁਹਾਫਜ਼ ਹੈ ਔਰ ਬਗੈਰਤਾ ਆਪਣੀ ਭੈਣ ਦੀ ਬੋਲੀ ਲਾ ਕੇ ਪੈਸੇ ਇਕੱਠੇ ਕਰਨ ਵਾਲਿਆ ਬਗੈਰਤਾ ਕੁਛ ਸ਼ਰਮ ਕਰ ਲੈ ਉਸ ਭੈਣ ਦਾ ਹੀ ਖਿਆਲ ਕਰ ਲੈ ਜਿਹਨੂੰ ਤੇਰੇ ਉੱਤੇ ਮਾਣ ਹੈ ਓਏ ਉਹਨੂੰ ਪਤਾ ਲੱਗ ਗਿਆ ਜਿੱਦਣ ਟਿਕਟੌਕ ਤੇ ਪਤਾ ਲੱਗ ਗਿਆ ਉਹ ਤਾਂ ਵਿਚਾਰੀ ਉਂਝ ਹੀ ਮਰ ਜਾਏਗੀ ਉਹ ਬਗੈਰਤਾ ਥੋੜੀ ਜਿਹੀ ਤੇਰੇ ਚ ਅਗਰ ਹੈਗੀ ਥੋੜੀ ਜਿਹੀ ਵੀ ਅਗਰ ਤੇਰੇ ਚ ਹੈ ਵੇ ਨਾ ਤੇ ਆਪਣੀ ਭੈਣ ਦਾ ਡਿਫੈਂਡ ਕਰ ਨਾ ਕਿ ਉਹਨੂੰ ਚੌਂਕ ਚ ਲਿਆਵੇਂ ਬਗੈਰਤਾ ਆਪਣੇ ਭਰਾਵਾਂ ਦੇ ਗਿਰੇਬਾਨ ਫੜ ਹਰ ਬੰਦੇ ਦਾ ਗਿਰੇਬਾਨ ਫੜ ਆਪਣੇ ਭਰਾਵਾਂ 72 ਜਨਮਿਆਂ ਦਾ ਕਿ ਜਿੰਨਾ ਤੇਰੀ ਭੈਣ ਨੂੰ ਇੱਥੇ ਚੌਕ 'ਚ ਖੜਾ ਕਰਕੇ ਤੇ ਤੂੰ ਇੰਜ ਸੀਨਾ ਤਾਣ ਕੇ ਖਲੋਤਾ ਜਿਵੇਂ ਬੜਾ ਅੱਛਾ ਕੰਮ ਕੀਤਾ ਤੇਰੇ ਭਰਾਵਾਂ ਨੇ ਉਸਮਾਨ ਆਇਆ ਨਾਲ ਵੀ ਗੱਲ ਕਰ ਲੋ ਅਬਦੁੱਲਾ ਸ਼ਫੀਕ ਜਿਹਨੇ ਬੱਚਿਆਂ ਨਾਲ ਭਾਈ ਉਹ ਸਾਡਾ ਉਹਦਾ ਕੋਈ ਤਲਕ ਨਹੀਂ ਹੈਗਾ ਸਾਡਾ ਉਹਦੇ ਨਾਲ नीचे तारो इसको तार भाई नीचे तारो ना उस्मान ਤੁਹਾਨੂੰ ਲੋਕਾਂ ਨੂੰ ਇਹ ਯਾਦ ਆ ਗਿਆ ਫਟਾਫਟ ਤੇ ਤੈਨੂੰ ਅਬਦੁੱਲਾ ਜਿਹੜਾ ਹੈਗਾ ਕਿ ਨਾ ਸ਼ੇਵ ਰਾਜਾ ਹੈ ਉਹਨੂੰ ਗੈਰਤ ਨਹੀਂ ਆਂਦੀ ਪਈ ਕਿ ਉਹਦੀ ਭੈਣ ਦਾ ਜ਼ਿਕਰ ਹੀ ਨਹੀਂ ਹੋਇਆ ਔਰ ਉਹ ਬਗੈਰਤ ਬਣਿਆ ਪਿਆ ਉਸ ਭੈਣ ਨੂੰ ਜਿਸ ਭਰਾ ਦੇ ਉੱਤੇ ਫਖਰ ਸੀ ਅਗਰ ਉਹਨੂੰ ਪਤਾ ਲੱਗੇ ਤਾਂ ਉਹ ਤੇ ਉਂਝ ਹੀ ਮਰ ਜਾਏਗੀ ਆਸਟ੍ਰੇਲੀਆ ਚ ਲੈ ਜਾ ਯਾਰ ਅਬਦੁੱਲਾ ਸ਼ਫੀਕ ਨੂੰ ਘਰ ਲੈ ਜਾ ਬੱਚੇ ਠੀਕ ਹੈ ਨਾ ਘਰ ਲੈ ਜਾ ਅੰਮੀ ਖੁਸ਼ ਹੋਏਗੀ ਲੈ ਜਾ ਘਰ झूठे मुनाफिक बंदा चुप है काम करो जाके बड़ा मुनाफिक बंदा माइक लाओ अब्दुल काले राजे कोई खौफे खुदा कर ले तेनू किन्नी को गैरत दिलाई है और बगैरता अपनी भैन दा बन मददगार ओदी इज्जत दा ख्याल रख बेचारिया ਇਹ ਨਾ ਕਿ ਖੁਦਕੁਸ਼ੀ ਕਰ ਲੈ ਤੇਰੀ ਭੈਣ ਤੇਰੇ ਦੁੱਖੋਂ ਹੁਣ ਕਰੋ ਗੱਲ ਕਿ ਮੈਂ ਤੇਰਾ ਪਾਣੀ ਪੀ ਕੇ ਕਿਹੜੀ ਨਸਲ ਦਾ ਹੈ ਕਿ ਮੇਰੇ ਦੇਹ ਚ ਨਹੀਂ ਹੁੰਦਾ फाइटर साल है पानी पी पहले ਮੈਂ ਪਾਣੀ ਪੀ ਕੇ ਆਇਆ ਮੇਰਾ ਗਲਾ ਵਹਿ ਗਿਆ ਖੁੱਤ ਕਾਲੇ ਬਾਂਦਰ ਦੀ ਵਜ੍ਹਾ ਨਾਲ ਇਹ ਕਾਲਾ ਸ਼ਾਹ ਕਾਕੂ ਅੱਲੇ ਦੇਖੋ ਇਹਨੂੰ ਸ਼ਰਮ ਖਾਣੀ ਚਾਹੀਦੀ ਦੇਖੋ ਸਾਡੇ ਭਰਾ ਨੇ ਕਿਹਾ ਗੱਲ ਕਿ ਰਿਸ਼ਤਾ ਦੇਣਾ ਹੀ ਇਹ ਬਗੈਰਤ ਇਹਦੇ ਭਰਾ ਜਿਹੜੇ 72 ਜਨਮੀ ਨੇ ਉਹਨਾਂ ਕਿਹਾ ਕਿ ਤੇਰੀ ਭੈਣ ਦਾ ਜ਼ਿਕਰ ਕੀਤਾ ਇਹ ਬਗੈਰਤ ਇਨਸਾਨ ਕਾਲਾ ਬਾਂਦਰ ਉਹਨਾਂ ਨੂੰ ਅੱਗੋਂ ਇਹ ਕਹਿੰਦਾ ਕਿ ਭਾਈ ਉਹਨੇ ਨਹੀਂ ਜ਼ਿਕਰ ਕੀਤਾ ਤੁਸੀਂ ਮੇਰੀ ਭੈਣ ਨੂੰ ਕਿਉਂ ਰਗੜਾ ਦੇਣ ਦੇ ਹੋ ਪਰ ਇਹ ਬਗੈਰਤ ਰਿਹਾ ਪੂਰਾ ਇਹਨਾਂ ਨੂੰ ਕਹਦਾ ਭੈਣਾ ਨਾ ਜਦੋਂ ਬੰਦਾ ਬਗੈਰਤ ਹੋ ਜੇ ਉਦੋਂ ਉਹਨਾਂ ਨੂੰ ਕਹਦਾ ਸ਼ੌਕ ਹੋਵੇ ਭੈਣ ਦਾ ਰਿਸ਼ਤਾ ਦੇਣ ਨੂੰ ਇਹ ਵੀ ਹੋ ਸਕਦਾ ਨਾ ਪਰ ਕਿੰਨੂੰ ਦੇਣਾ ਅਸੀਂ ਤੇ ਨਹੀਂ ਲੈ ਸਕਦੇ ਭੈਣ ਜੋ ਇਸ ਤਰ੍ਹਾਂ ਦੇ ਬਗੈਰ ਤੇ ਬੰਦਿਆਂ ਦੀ ਭੈਣ ਦਾ ਗੱਲ ਹੀ ਨਾ ਸਮਝ ਨਹੀਂ ਕਰਨੀ ਇਹ ਸ਼ੁਐਬ ਰਾਜਾ ਯਾਰ ਹੈ ਕੌਣ ਮੇਰੇ ਦੇਹ ਚ ਨਹੀਂ ਆ ਰਿਹਾ ਇਹ ਉਹ ਹੈ ਜਿਹੜਾ ਪਹਿਲੇ ਅਮਰੀਕਾ ਦੇ ਵਿੱਚ ਨਾ ਖਤਮੇ ਨਬੂਵਤ ਦਾ ਕਾਰੋਬਾਰ ਕਰਦਾ ਸੀ ਹੁਣ ਇਹਨੇ ਨਾਈ ਦੀ ਦੁਕਾਨ ਖੋਲ ਲਈ ਹੈ ਉਹ ਅੱਛਾ ਇਹ ਨਾਈ ਬੜੇ ਹਰਾਮੀ ਹੁੰਦੇ ਨੇ ਉਹ ਬੜੇ ਯਾਰ ਤੇ ਜਿਹੜੇ ਸੁਣਤਾ ਬੱਚਿਆਂ ਦੀ ਦੰਦੀਆਂ ਨਾਲ ਕੱਢਦਾ ਪਤਾ ਤੁਹਾਨੂੰ ਉਹ ਅੱਛਾ ਹਾਂਜੀ ਇਹ ਉਹ ਨਾਈ ਜੇ ਜਗ੍ਹਾ ਨੂੰ ਪਹਿਲਾਂ ਸੁਣ ਕਰਦਾ ਮੂੰਹ ਉਹ ਯਾਰ ਲੱਗ ਜਾ ਤੁਹਾਨੂੰ ਦਾ ਕੱਛਾ ਨਹੀਂ ਜੇ ਦਾੜੀ ਵੱਡੀ ਉਹ ਵੀ ਬੜਾ ਬੰਦਾ ਯਾਰ ਮੈਨੂੰ ਖਤਰਨਾਕ ਜਾਪਦਾ ਉਹਨੂੰ ਵੀ ਕੱਸਾ ਲਾ ਲਓ ਅੱਜ ਕਿਉਂਕਿ ਅੱਜ ਤੁਸੀਂ ਗਰਮ ਹੋਏ ਹੋ ਤੇ ਆਪਣਾ ਅਸੀਂ ਕਿੰਨਾ ਕੁ ਚਿਰ ਸ਼ਰੀਫ ਰਵਾਂਗੇ ਯਾਰ ਉਹਨੂੰ ਰੋਜ਼ ਹੀ ਕੱਸੇ ਲੱਗਦੇ ਨੇ ਨਹੀਂ ਅਸਲ ਚ ਅੱਜ ਜਿਹੜਾ ਹੈ ਨਾ ਕਾਲੇ ਰਾਜੇ ਨੇ ਥੱਲੇ ਪਿੱਛੇ ਬਾਹਰ ਕੇ ਸੁਣ ਰਿਹਾ ਹੁੰਦਾ ਆਮਰ ਖੰਜ਼ੀਰ ਦੀ ਬਰਾੜ ਤੇ ਨਾ ਆਮਰ ਖੰਜ਼ੀਰ ਤੇ ਆਈ ਬਗੈਰਤ ਇਨਸਾਨ ਉਹਨੇ ਤੇ ਆਪਣੇ ਮੈਂ ਤੁਹਾਨੂੰ ਸਹੀ ਦੱਸਾਂ ਮੇਰੇ ਕੋਲ ਵੀਡੀਓ ਵੀ ਆ ਗਈ ਉਹਨੇ ਤੇ ਮੇਰੇ ਆਪਣੇ ਪ੍ਰੋਫਾਈਲ ਤੇ ਜਾਓਗੇ ਨਾ ਫਾਈਟਰ ਦੀ ਬਰਾੜ ਤੇ ਫਾਈਟਰ ਦੀ ਆਈਡੀ ਤੇ ਉੱਥੇ ਇਹਨੇ ਆਪਣੀ ਪਹਿਲਾਂ ਮਾਂ ਨੂੰ ਤੇ ਪਿਓ ਨੂੰ ਤੇ ਬੁੱਢੀ ਇਟਲੀ ਵਾਲੀ ਜਿਹੜੀ ਬੁੱਢੀ ਹੈ ਉਹਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੱਤਾ ਸੀ
ਬਾਅਦ ਚ ਫਿਰ ਮੰਨ ਵੀ ਗਿਆ ਸੀ ਆ ਲੋ ਜੀ ਆ ਕਦੀ ਮੇਰੇ ਪਿਓ ਦੀ ਫੋਟੋ ਲਾ ਲੈਂਦਾ ਹੈ ਤੇ ਮੇਰੀ ਮਾਂ ਦੀ ਫੋਟੋ ਲਾ ਲੈਂਦਾ ਹੈ ਤੇ ਕਦੀ ਮੇਰੀ ਬੁੱਢੀ ਇਟਲੀ ਵਾਲੀ ਬੁੱਢੀ ਦੀ ਫੋਟੋ ਲਾ ਲੈਂਦਾ ਹੈ। ਓ ਜਾ ਡੁੱਬ ਕੇ ਮਰ ਜਾਏ। ਓਏ ਓਏ ਜਿਹਨੂੰ ਤੁਸੀਂ ਮੰਨਦੇ ਹੋ ਤਾਂ ਬਹੁਤ ਵੱਡਾ ਜ਼ਾਨੀ ਏ। ਉਹ ਖਤਮ ਨਬੂਵਤ ਦਾ 1 ਨੰਬਰ ਮੁਜਾਹਦ ਨਹੀਂ, ਉਹ ਜ਼ਾਨੀ 1 ਨੰਬਰ ਜ਼ਾਨੀ ਤੇ ਬਗੈਰਤ ਇਨਸਾਨ ਜਿਹੜਾ ਹੈਗਾ ਨਾ ਤੁਹਾਡਾ ਆਮਰ खंजीर ਜਿਹੜਾ ਕਹਿੰਦਾ ਲਖਤਾ ਹੋ ਸਕता है मेरे माँ बाप हो और लाथू तेरी जिंदगी ते ओए आमर खंजीर तू मां प्यो ਨੂੰ ਪਛਾਣਨ ਤੋਂ ਇਨਕਾਰ ਕਰ ਛੜਿਆ। ਲਾਨਤ ਤੇਰੀ ਜ਼ਿੰਦਗੀ ਤੇ, ਲਾਨਤ ਬੇਸ਼ੁਮਾਰ, ਲਾਨਤ ਤੇਰੇ ਉੱਤੇ ਬੇਸ਼ੁਮਾਰ ਯਾ ਰਾਮ ਦਾ ਦਾ ਨਹੀਂ, ਉਹ ਆਪਣਾ ਨਹੀਂ ਹੈ ਕਿਸੇ ਦਾ। ਉਹ ਆਡੀਓ ਸੁਣਾਉਣ ਡਿਆ ਸੀ ਨਾਸਰ ਸਾਹਿਬ ਦੀ, ਉੱਥੇ ਬਹਿ ਕੇ ਨਾ ਜਿਹੜੀ ਨਾਸਰ ਸਾਹਿਬ ਬਿਆਨ ਹੁਣੇ ਇੱਕ ਬਿਆਨ ਰਿਕਾਰਡ ਕਰਾ ਗਏ ਨੇ। ਨਾਸਰ ਸਾਹਿਬ ਨੂੰ ਸਮਝ ਨਹੀਂ ਲੱਗਦੀ, ਚਲੋ ਖੈਰ ਹੈ, ਉਹਨਾਂ ਨੂੰ ਫਿਰ ਕਿਸੇ ਦਿਨ ਸਮਝਾਵਾਂਗੇ ਪ੍ਰਾਈਵੇਟਲੀ ਕਿ ਇੰਜ ਦੇ ਬਿਆਨਾਤ ਨਹੀਂ ਦੇਈਦੇ, ਸਖਤ ਬਿਆਨ ਨਹੀਂ ਦੇਈਦੇ। ਗੱਲ ਇਹ ਵੇ ਕਿ ਇਹ ਆਪ ਜ਼ਲੀਲ ਹੋਣ ਡੇ ਨੇ, ਕਿਉਂਕਿ ਹੁਣ ਇਹਨਾਂ ਨੂੰ ਕੋਈ ਟੌਪਿਕ ਨਹੀਂ ਸੀ ਲੱਭਣ ਡਿਆ। ਇਹਨਾਂ ਕਹੇ ਯਾਰ ਬੰਦਾ ਵੀ ਅਸੀਂ ਬੁਲਾਇਆ, ਬੰਦਾ ਵੀ ਪਹੁੰਚ ਗਿਆ ਤੇ ਮੌਲਵੀ ਅੱਧਾ ਘੰਟਾ ਮੌਲਵੀ ਦਾ ਤਰਲੇ ਕਰਦਾ ਰਿਹਾ। ਕਾਲਾ ਸ਼ੁਏਬ ਰਾਜਾ ਅੱਧਾ ਘੰਟਾ ਤਰਲੇ ਕਰਦਾ ਰਿਹਾ। ਮੌਲਵੀ ਨੇ ਪਹਿਲਾਂ ਸਮਝਿਆ ਕਿ ਸ਼ਾਇਦ ਸਫਾਈ ਵਾਲਾ ਆਇਆ ਕਿ ਲੈਟਰੀਨਾਂ ਸਾਫ਼ ਕਰਨੀਆਂ ਨੇ। ਉਹਨੇ ਕਿਹਾ ਨਹੀਂ ਜੀ ਮੈਂ ਤਾਂ ਮਨਾਜ਼ਰਾ ਕਰਵਾਉਣਾ ਸੀ ਤੁਹਾਡਾ ਮਰਜ਼ਈਆਂ ਨਾਲ। ਮੌਲਵੀ ਨੇ ਕਿਹਾ ਜਾ ਦਫਾ ਆ ਜਾਏ, ਮੇਰੀ ਰੋਜ਼ੀ ਤੋਂ ਤੇ ਕਿਉਂ ਲੱਤ ਮਾਰਨ ਆਇਆ? ਮੈਂ ਇੱਥੇ ਚੰਗੇ ਭਲੇ ਡਾਲਰ ਕਮਾਉਣ ਡਿਆ ਵਾਂ ਤੇ ਮੈਨੂੰ ਹੁਣ ਤੂੰ ਪਾਕਿਸਤਾਨ ਭੇਜ ਕੇ ਉੱਥੇ ਰੁਪਈਆ ਚਲਾਏਂਗਾ? ਜਾਂ ਦਵਾ ਜਾਂ ਮੈਂ ਕੋਈ ਮਨਾਜ਼ਰਾ ਨਹੀਂ ਕਰਨਾ। ਚਲੋ ਠੀਕ ਹੈ ਫਾਈਟਰ ਭਾਈ, ਮੈਨੂੰ ਨਾਲ ਹੀ ਬਕਵਾਸ ਕਰਨ ਲੱਗ ਪਿਆ। ਮੇਰੀ ਅਪਾਇੰਟਮੈਂਟ ਮੈਂ ਜਾਣਾ ਕਿਤੇ ਤੇ 2 ਵਜੇ। ਠੀਕ ਹੈ ਤਾਹਿਰ ਭਾਈ, ਠੀਕ ਹੈ, ਓਕੇ, ਬੜੀ ਮਿਹਰਬਾਨੀ ਤੁਸੀਂ ਆਏ ਜੇ। ਕੋਈ ਨਹੀਂ, ਜਜ਼ਾਕ ਅੱਲਾ। ਫਿਰ ਮਿਲਾਂਗੇ, ਫਿਰ ਜੋ ਬਰਾੜ ਲਾਵਾਂਗੇ ਇਨਸ਼ਾਅੱਲਾ ਤਾਲਾ ਇਸ ਟਾਪਿਕ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ। ਆ ਟੌਪਿਕ ਕੋਈ ਹੋਰ ਹੀ ਲਾਇਓ ਜੇ, ਬਸ ਹੁਣ ਖਤਮ ਹੋ ਗਿਆ। ਠੀਕ ਹੈ ਕਿਸੇ ਨੂੰ ਹੈ ਕੋਈ ਗਿਲਾ ਸ਼ਿਕਵਾ ਤੇ ਮਾਜ਼ਰਤ ਚਾਹਨਾ ਮੈਂ ਉਹ ਦੋਸਤ ਕੋਲੋਂ। ਨਹੀਂ ਕੋਈ ਨਹੀਂ ਤਾਹਿਰ ਭਾਈ, ਤੁਸੀਂ ਸਾਡੇ ਭਰਾ ਹੋ ਤੇ ਬਸ ਇਹਨਾਂ ਦੇ ਲੋਕਾਂ ਦੇ ਪਿੱਛੇ ਗੱਲਾਂ ਪਿੱਛੇ ਲੱਗ ਕੇ ਨਾ ਲਾਇਆ ਕਰੋ ਬ్రో। ਤੁਸੀਂ ਭਰਾ ਹੋ ਸਾਡੇ ਯਾਰ। ਬਾਕੀ ਅੱਲਾਹ ਤਾਲਾ ਸਿਹਤ ਦੇਵੇ ਤੁਹਾਨੂੰ, ਮੁਕੰਮਲ ਸ਼ਿਫਾ ਦੇਵੇ। ਅੱਲਾਹ ਮੀਆਂ ਸਿਹਤ ਦੇਵੇ। अस्सलाम वालेकुम रहमतुल्लाह जी वालेकुम अस्सलाम रहमतुल्लाह जी। मैं सलाम ही करना आया थी। ठीक है इंशाल्लाह फिर मुलाकात होगी। तुम जाना ताहिर भाई चलो खैर ना जाओ तो खैर ना लो, अल्लाह ताला सेहत देवे तुहानू। चलो सही है, ओके अस्सलाम वालेकुम। वालेकुम सलाम, रब रखा जी। ईमान अल्लाह जी, ओके ईमान अल्लाह जी, ओके। वो ये कहते हैं मिसाल के तौर पे मार्क जो है फेसबुक का, उसको इंक्वायरी सामने बैठी गई, अपर हाउस के अंदर बैठा, भाई आप कितनी इन्फॉर्मेशन कितनी दी, उसने पंगे किए, उसको कई फाइन पे करने पड़े। एलन मस्क है, उनके कई मामलात हैं। हवाई है, उनके कई मामलात हैं। 5G आई है, उसके कई मामलात हैं। पूरी दुनिया के अंदर जो बड़े बड़े ये प्लेटफॉर्म्स हैं जो इन्फॉर्मेशन कन्वे करने का जो है वो ट्रांसफ़र करने का, कम्युनिकेशन का सोर्स बनते हैं, उनको आप एथिकल रेल्म के अंदर तब तक नहीं ला सकते जब तक आपके पास लीगल ग्राउंडिंग ना हो। अब मिसाल के तौर पे आप ब्रॉड के ऊपर कैमरा ओपन करके बैठते हो, कोई बंदा भी उसको स्क्रीन रिकॉर्ड करके चला सकता है। आपने अपनी मर्जी से कैमरा ओपन किया, आपका कंसेंट था कि मैं कैमरा ओपन करूंगा। आपको पता था कि आप पब्लिक प्लेटफॉर्म पे हो, आपको पता था कि आप एक ब्रॉड पे हो, आपको पता था इसकी रिकॉर्डिंग हो सकती है, आपको पता है कि लोग रिकॉर्डिंग